ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਪ੍ਰੋਗਰਾਮ ਹੈ ਇਮੀਗ੍ਰੇਸ਼ਨ ਅਪਡੇਟਸ। ਇਹਦੇ ਵਿੱਚ ਜਿੱਥੇ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਦੀ ਗੱਲ ਕਰਦੇ ਹਾਂ, ਉਹਦੇ ਨਾਲ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਜਿਹੜੀਆਂ ਸਭ ਤੋਂ ਇੰਪੋਰਟੈਂਟ ਖਬਰਾਂ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਸੁਪਰੀਮ ਕੋਰਟ ਨੇ ਅਮਰੀਕਾ ਦੀ ਨੇ 2 ਡਿਸੀਜਨ ਦਿੱਤੇ ਨੇ ਬੜੇ ਇੰਪੋਰਟੈਂਟ, ਤੇ ਉਹਨਾਂ ਵਿੱਚ ਉਹਨਾਂ ਨੇ ਇੱਕ ਡਿਸੀਜਨ ਦੇ ਵਿੱਚ ਤਾਂ ਇਹ ਕਿਹਾ ਵੀ ਜਿਹੜਾ ਬਾਰਡਰ ਪੈਟਰੋਲ ਏਜੰਟ ਹੈ, ਜੇ ਉਹਨੇ ਕਿਸੇ ਨੂੰ ਅਬਿਊਜ਼ ਕੀਤਾ ਜਾਂ ਕਿਸੇ ਨਾਲ ਕੁੱਟਮਾਰ ਕੀਤੀ ਆ ਤਾਂ ਉਹ ਬੰਦੇ ਕੋਲੇ ਕੋਈ ਰਾਈਟ ਨਹੀਂ ਹੈ ਉਹਨੂੰ ਸੂ ਕਰਨ ਦਾ। ਸੋ ਇਹ ਜਿਹੜਾ ਡਿਸੀਜਨ ਸੀਗਾ ਇਹ 6 ਜੱਜ ਦੇ ਪੱਖ ਸੀਗੇ, 3 ਇਹਦੇ ਅਗੇਂਸਟ। ਤੇ ਇਹ ਕੇਸ ਕੀਤਾ ਗਿਆ ਕੋਰਟ ਦੇ ਵਿੱਚ ਕਿ ਬਾਰਡਰ ਪੈਟਰੋਲ ਏਜੰਟ ਨੇ ਕਿਸੇ ਨੂੰ ਜਿਹੜਾ ਹੈਗਾ ਉਹ ਅਸੌਲਟ ਕੀਤਾ, ਚੰਗੀ ਤਰ੍ਹਾਂ ਪੇਸ਼ ਨਹੀਂ ਆਇਆ ਜਾਂ ਕੁੱਟਮਾਰ ਕੀਤੀ ਤੇ ਉਹਨੂੰ ਉਹਨੇ ਸੂ ਕੀਤਾ। ਪਰ ਸਰਕਾਰ ਨੇ ਇਹ ਕਿਹਾ ਕਿ ਬਾਰਡਰ ਪੈਟਰੋਲ ਏਜੰਟ ਜਿਹੜਾ ਹੈਗਾ ਉਹ ਗੌਰਮੈਂਟ ਦਾ ਬੰਦਾ ਆ, ਕਿਉਂਕਿ ਬਾਰਡਰ ਪੈਟਰੋਲ ਜਿਹੜੀ ਹੈ ਗੌਰਮੈਂਟ ਦਾ ਹਿੱਸਾ, ਤੇ ਇਸ ਕਰਕੇ ਉਹ ਨਹੀਂ ਉਹਨੂੰ ਜਿਹੜਾ ਹੈ ਕੰਪਨਸੇਸ਼ਨ ਦੇਣੀ ਬਣਦੀ। ਤੇ ਕੋਰਟ ਨੇ ਉਹਦੇ ਫੇਵਰ ਦੇ ਵਿੱਚ ਜਿਹੜਾ ਬਾਰਡਰ ਪੈਟਰੋਲ ਏਜੰਟ ਆ ਉਹ ਰੂਲ ਕੀਤਾ। ਸੋ ਇਹ ਬੜਾ ਇੰਪੋਰਟੈਂਟ ਡਿਸੀਜਨ ਹੈਗਾ। ਤੇ ਇਹ ਜਿਹੜੇ 4th ਅਮੈਂਡਮੈਂਟ ਰਾਈਟ ਨੇ ਜਿਹੜੇ ਕਿ ਅਮਰੀਕਾ ਦਾ ਜਿਹੜਾ ਸੰਵਿਧਾਨ ਆ ਉਹ ਸਾਰੇ ਜਿਹੜੇ ਇੱਥੋਂ ਦੇ ਨਾਗਰਿਕ ਉਹਨਾਂ ਨੂੰ ਦਿੰਦਾ ਕਿ ਜਿਹੜੀ ਅਨਲੌਫੁਲ ਸਰਚ ਐਂਡ ਸੀਜ਼ਰ ਹੈਗੀ ਆ ਉਹ ਨਹੀਂ ਹੋ ਸਕਦੀ ਬਿਨਾਂ ਕਿਸੇ ਵਾਰੰਟ ਤੋਂ ਜਾਂ ਬਿਨਾਂ ਕਿਸੇ ਲਾਅ ਦੀ ਜਿਹੜੀ ਹੈਗੀ ਆ ਉਹ ਅਥਾਰਟੀ ਤੋਂ, ਤੇ ਉਹਦੇ 'ਤੇ ਵੀ ਇਹ ਜਿਹੜਾ ਕੋਈ ਸਵਾਲ ਪੈਦਾ ਕਰਦਾ। ਦੂਜਾ ਜਿਹੜਾ ਡਿਸੀਜਨ ਹੈਗਾ ਉਹ ਕੋਰਟ ਨੇ ਇਹ ਕਿਹਾ ਵੀ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਕੋਈ ਰਾਈਟ ਨਹੀਂ ਹੈਗਾ ਕਿ ਜੇ ਉਹਨਾਂ ਦੀਆਂ ਹੀਅਰਿੰਗਸ ਨਹੀਂ ਹੋ ਰਹੀਆਂ ਤੇ ਉਹ ਆਪਣੀ ਹੀਅਰਿੰਗ ਜਲਦੀ ਕਰਾਉਣ ਜਾਂ ਜੇਲ੍ਹ ਤੋਂ ਬਾਹਰ ਆ ਸਕਣ। ਤੇ ਕੋਰਟ ਨੇ ਕਿਹਾ ਕਿ ਉਹਨਾਂ ਦਾ ਕੋਈ ਇਸ ਕਿਸਮ ਦਾ ਲੀਗਲ ਰਾਈਟ ਨਹੀਂ ਆ ਕਿ ਅਸੀਂ ਜਿਹੜੀਆਂ ਕੋਰਟਸ ਨੇ ਉਹਨਾਂ ਨੂੰ ਇਹ ਕਹੀਏ ਕਿ ਇਹਨਾਂ ਨੂੰ ਜੀ ਤੁਸੀਂ ਇੰਨੀ ਦੇਰ ਕਿਉਂ ਰੱਖਿਆ, ਛੱਡੋ। ਕਿਉਂਕਿ ਪਿੱਛੇ ਵੀ ਇੱਕ 9 ਸਰਕਟ ਦਾ ਪਹਿਲਾਂ ਰੂਲ ਹੁੰਦਾ ਸੀ, ਉਹਦੇ ਵਿੱਚ ਇਹ ਸੀਗਾ ਕਿ ਜੇ 6 ਮਹੀਨੇ ਤੋਂ ਵੱਧ ਕਿਸੇ ਨੂੰ ਹੋ ਜਾਣ ਤੇ ਉਹਦਾ ਬੌਂਡ ਹੋ ਜਾਂਦਾ ਸੀ। ਉਹ ਵੀ US ਸੁਪਰੀਮ ਕੋਰਟ ਨੇ ਕਈ ਸਾਲ ਪਹਿਲਾਂ ਤੋੜਤਾ ਸੀ। ਉਹਨਾਂ ਨੇ ਕਿਹਾ ਸੀ ਕਿ ਇਹੋ ਜਿਹੀ ਕੋਈ ਬੰਦਿਸ਼ ਜਿਹੜੀ ਆ ਉਹ ਗੌਰਮੈਂਟ ਦੇ ਉੱਤੇ ਜਾਂ ਕੋਰਟਾਂ ਦੇ ਉੱਤੇ ਨਹੀਂ ਹੈਗੀ ਕਿ ਜੇ ਕਿਸੇ ਨੂੰ 6 ਮਹੀਨੇ ਜੇਲ੍ਹ 'ਚ ਹੋ ਜਾਣ, ਇਮੀਗ੍ਰੇਸ਼ਨ ਰੂਲ ਦੀ ਵਾਇਲੇਸ਼ਨ, ਜਿਵੇਂ ਕੋਈ ਬਾਰਡਰ ਕ੍ਰੋਸ ਕਰਕੇ ਆ ਗਿਆ 6 ਮਹੀਨੇ ਦਾ ਜੇਲ੍ਹ 'ਚ, ਉਹਨੂੰ ਰਿਲੀਜ਼ ਕਰੋ। ਹੁਣ ਵੀ ਸੁਪਰੀਮ ਕੋਰਟ ਨੇ ਇਹ ਕਿਹਾ ਕਿ 6 ਮਹੀਨੇ ਦਾ ਕੋਈ ਇਹੋ ਜਿਹਾ ਟਾਈਮ ਫਰੇਮ ਨਹੀਂ ਆ, ਤੇ ਜੇ ਕਿਸੇ ਬੰਦੇ ਨੇ ਲਾਅ ਵਾਇਲੇਟ ਕੀਤਾ ਤੇ ਉਹਨੂੰ ਫੜਿਆ ਜੇਲ੍ਹ ਦੇ ਵਿੱਚ ਹੈ, ਕੋਈ ਵੀ ਰੀਜ਼ਨ ਹੈ, ਤੇ ਗੌਰਮੈਂਟ ਜੇ ਚਾਹੇ ਤਾਂ ਉਹਨੂੰ 6 ਮਹੀਨੇ ਤੋਂ ਵੱਧ ਸਮੇਂ ਲਈ ਜਾਂ ਇਸ ਤੋਂ ਵੀ ਜ਼ਿਆਦਾ ਸਮੇਂ ਵਾਸਤੇ ਵੀ ਜੇਲ੍ਹ ਦੇ ਵਿੱਚ ਰੱਖ ਸਕਦੀ ਹੈ। ਉਹਦਾ ਕੋਈ ਰਾਈਟ ਨਹੀਂ ਹੈ ਕਿ ਮੇਰਾ ਬੌਂਡ ਹੋਵੇ ਕਿ ਮੈਨੂੰ ਇੰਨੇ ਮਹੀਨੇ ਜੇਲ੍ਹ 'ਚ ਹੋਵੇ। ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਇਹ ਵੀ ਬੜਾ ਇੰਪੋਰਟੈਂਟ ਫੈਸਲਾ ਆ। ਇਹਦੇ ਨਾਲ ਜਿਹੜੇ ਹੋਰ ਜਿਹੜੀ ਇੰਪੋਰਟੈਂਟ ਖਬਰ ਆ ਉਹ ਇੱਕ ਥੋੜ੍ਹੀ ਰਾਹਤ ਵਾਲੀ ਵੀ ਹੈ ਸੁਪਰੀਮ ਕੋਰਟ ਵੱਲੋਂ। ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਪਬਲਿਕ ਚਾਰਜ ਰੂਲ ਪਹਿਲਾਂ ਪਿਛਲੀ ਸਰਕਾਰ ਨੇ ਬਣਾਇਆ ਸੀ, ਉਹ ਪਬਲਿਕ ਚਾਰਜ ਰੂਲ ਜਿਹੜਾ ਹੈਗਾ ਉਹਦਾ ਮਤਲਬ ਇਹ ਸੀ ਵੀ ਜਿਹੜੇ ਲੋਕੀ ਆਪਣੇ ਭੈਣਾਂ ਭਰਾਵਾਂ ਲਈ ਜਾਂ ਆਪਣੇ ਬੱਚਿਆਂ ਲਈ ਅਪਲਾਈ ਕਰਦੇ ਨੇ, ਜੇ ਉਹ ਪਬਲਿਕ ਚਾਰਜ ਬਣ ਸਕਦੇ ਨੇ ਇੱਥੇ, ਜਿਵੇਂ ਗੌਰਮੈਂਟ ਤੋਂ ਉਹ ਵੈਲਫੇਅਰ ਲੈਂਦੇ ਆ ਜਾਂ ਹੋਰ ਬੈਨੀਫਿਟਸ ਲੈਂਦੇ ਨੇ, ਅਨਇੰਪਲੋਇਮੈਂਟ ਲੈਂਦੇ ਆ, ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਬਣਾਉਣ ਦਾ ਉਹਨਾਂ ਦਾ ਹੱਕ ਨਹੀਂ ਹੈ। ਜਦੋਂ ਇਹ ਨਵੀਂ ਸਰਕਾਰ ਆਈ ਇਹਨਾਂ ਨੇ ਉਹ ਜਿਹੜਾ ਪਿਛਲਾ ਜਿਹੜਾ ਰੂਲ ਸੀ ਉਹਨੂੰ ਉਹ ਤੋੜਤਾ, ਥੋੜ੍ਹੀ ਜਿਹੀ ਜਿਹੜੀ ਹੈਗੀ ਆ ਉਹ ਸਖਤੀ ਘਟਾਈ, ਤੇ ਜਿਹੜਾ ਪਹਿਲਾਂ ਪ੍ਰੈਜ਼ੀਡੈਂਟ ਓਬਾਮੇ ਵੇਲੇ ਹੁੰਦਾ ਸੀ ਰੂਲ ਉਹੀ ਰੱਖਿਆ। ਤੇ ਉਹਦੇ ਖਿਲਾਫ ਕਈ ਸਟੇਟਾਂ ਨੇ, 12 ਸਟੇਟਾਂ ਨੇ ਜਿਨ੍ਹਾਂ ਵਿੱਚ ਕਿ ਐਰੀਜ਼ੋਨਾ, ਟੈਕਸਸ ਆ, ਉਹਨਾਂ ਨੇ ਕੋਰਟ 'ਚ ਕੇਸ ਕੀਤਾ ਕਿ ਉਹ ਪਬਲਿਕ ਚਾਰਜ ਦਾ ਰੂਲ ਜਿਹੜਾ ਹੈਗਾ ਉਹ ਜਿਹੜਾ ਪਿਛਲੀ ਸਰਕਾਰ ਨੇ ਬਣਾਇਆ ਸੀ, ਟਰੰਪ ਸਰਕਾਰ ਨੇ ਬਣਾਇਆ ਸੀ, ਉਹ ਰਹਿਣਾ ਚਾਹੀਦਾ। ਤੇ ਇਹ ਬੰਦੇ ਜਿਹੜੇ ਇੱਥੇ ਕਿਸੇ ਕਿਸਮ ਦਾ ਵੀ ਗੌਰਮੈਂਟ ਦਾ ਬੈਨੀਫਿਟ ਲੈਂਦੇ ਆ ਉਹਨਾਂ ਨੂੰ ਨਹੀਂ ਹੱਕ ਹੋਣਾ ਚਾਹੀਦਾ ਕਿ ਉਹ ਆਪਣੇ ਰਿਲੇਟਿਵਸ ਨੂੰ ਮਤਲਬ ਬਾਹਰੋਂ ਬੁਲਾ ਸਕਣ, ਪਟੀਸ਼ਨਾਂ ਕਰ ਸਕਣ। ਲੇਕਿਨ US ਸੁਪਰੀਮ ਕੋਰਟ ਨੇ ਉਹ ਜਿਹੜਾ ਗੱਲ ਉਹਨਾਂ ਦੀ ਨਹੀਂ ਮੰਨੀ। ਉਹਨਾਂ ਨੇ ਕਿਹਾ ਵੀ ਗੌਰਮੈਂਟ ਦਾ ਜਿਹੜਾ ਫੈਸਲਾ ਹੈਗਾ ਵੀ ਇਹਨੂੰ ਪਬਲਿਕ ਚਾਰਜ ਦੇ ਰੂਲ ਨੂੰ ਥੋੜ੍ਹਾ ਨਰਮ ਰੱਖਣਾ ਚਾਹੀਦਾ। ਇਹਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਸੀਗੀਆਂ ਟਰੰਪ ਸਰਕਾਰ ਨੇ ਉਹ ਗਲਤ ਸੀਗੀਆਂ, ਉਹ ਫੈਸਲਾ ਠੀਕ ਆ। ਸੋ ਪਬਲਿਕ ਚਾਰਜ ਦੇ ਰੂਲ ਤੇ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਜਿਹੜਾ ਹੈਗਾ ਇਹ ਫੈਸਲਾ ਕੀਤਾ ਆ। ਤੇ the US Supreme Court this week threw out an attempt by Arizona and 12 other states to defend a controversial Trump-era policy that made it harder for legal immigrants to live in the country if they use certain public benefits. ਸੋ ਜਿਹੜਾ ਉਹਨੇ ਪਿਛਲੀ ਸਰਕਾਰ ਨੇ, ਟਰੰਪ ਦੀ ਸਰਕਾਰ ਨੇ ਥੋੜ੍ਹਾ ਜਿਹਾ ਜਿਹੜਾ ਸਖਤ ਬਣਾਇਆ ਸੀ ਰੂਲ, ਉਹਨੂੰ US ਸੁਪਰੀਮ ਕੋਰਟ ਨੇ ਕਿਹਾ ਵੀ ਇਹਦੀ ਕੋਈ ਲੋੜ ਨਹੀਂ, ਗਲਤ ਆ। ਜਿਹੜੀ ਹੁਣ ਦੀ ਸਰਕਾਰ ਨੇ ਇਹਨੂੰ ਚੇਂਜ ਕੀਤਾ, ਥੋੜ੍ਹਾ ਨਰਮ ਕੀਤਾ, ਥੋੜ੍ਹੀਆਂ ਉਹਦੀਆਂ ਜਿਹੜੀਆਂ ਸ਼ਰਤਾਂ ਘਟਾਈਆਂ, ਉਹ ਬਿਲਕੁਲ ਠੀਕ ਹੈ। ਸੋ ਇਹ ਜਿਹੜੀ
ਹੈਗੀ ਆ ਡਿਵੈਲਪਮੈਂਟ, ਇਹ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਆ। ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਸਾਹਮਣੇ ਆਈ ਆ ਕਿ ਕੁਝ ਈਮੇਲਸ ਜਿਹੜੀਆਂ ਨੇ ਪਿਛਲੀ ਸਰਕਾਰ ਦੇ ਦੌਰਾਨ, ਜਿਹੜੀਆਂ ਟਰੰਪ ਸਰਕਾਰ ਦੀਆਂ ਸੀਗੀਆਂ, ਉਹ ਲੀਕ ਹੋਈਆਂ ਨੇ। ਅਤੇ ਉਹਦੇ ਵਿੱਚ ਇਹ ਸ਼ੋਅ ਹੁੰਦਾ ਕਿ ਜਿਹੜੇ ਅਫਸਰ ਨੇ ਉਹਨਾਂ ਨੇ ਜਾਣ ਬੁੱਝ ਕੇ ਇਹ ਕੀਤਾ ਵੀ ਜਿਹੜੇ ਬੱਚੇ ਨੇ ਉਹ ਆਪਣੇ ਪੇਰੈਂਟਸ ਨਾਲ ਯੂਨਾਈਟ ਨਾ ਕਰ ਸਕਣ। ਉਹਨਾਂ ਨੇ ਜਾਣ ਕੇ ਜਿਹੜੀ ਹੈਗੀ ਆ ਉਹ ਡਿਲੇ ਕੀਤੀ, ਅਤੇ ਉਹਨਾਂ ਨੇ ਇਹ ਕਿਹਾ ਕਿ ਇਹਨੂੰ ਡਿਲੇ ਕਰੋ, ਇਹਨੂੰ ਨਾ ਕਰਨ ਦਿਓ। ਇਹਦੇ ਬਾਰੇ ਸਾਹਮਣੇ ਜਿਹੜੀਆਂ ਈਮੇਲਸ ਆਈਆਂ ਨੇ ਵੀ ਸਰਕਾਰ ਦੀ ਉਹ 'ਚ ਪੂਰੀ ਮਿਲੀ ਭੁਗਤ ਸੀਗੀ। ਜਿਹੜਾ ਪਿਛਲੀ ਸਰਕਾਰ ਵੇਲੇ ਬੱਚੇ ਮਾਂ-ਬਾਪ ਤੋਂ ਅੱਡ ਕੀਤੇ ਗਏ, ਉਹ ਜਿਹੜੀਆਂ ਲੀਕਡ ਈਮੇਲਸ ਹੋਈਆਂ ਉਹਨਾਂ ਤੋਂ ਇਹ ਪਤਾ ਲੱਗਦਾ ਵੀ ਅਫਸਰਾਂ ਨੇ, ਜਿਹੜੇ ਉਸ ਟਾਈਮ ਦੇ ਗੌਰਮੈਂਟ ਦੇ ਅਫਸਰ ਸੀ ਟਰੰਪ ਸਰਕਾਰ ਦੇ, ਉਹਨਾਂ ਨੇ ਆਪਣੇ ਥੱਲੜੇ ਅਫਸਰਾਂ ਨੂੰ ਕਿਹਾ ਕਿ ਇਹਨਾਂ ਨੂੰ ਤੁਸੀਂ ਉਹਨਾਂ ਨਾਲ ਰੀਯੂਨਾਈਟ ਨਾ ਕਰਾਓ। ਅਤੇ ਉਹਦੇ 'ਚ ਉਹਨਾਂ ਨੇ ਜਾਣ ਬੁੱਝ ਕੇ ਕੀਤਾ ਗਿਆ, ਇਹ ਨਹੀਂ ਹੈ ਕਿ ਵੈਸੇ ਹੀ ਹੋ ਗਿਆ, ਉਹ ਜਾਣ ਬੁੱਝ ਕੇ ਇਹ ਗੱਲ ਜਿਹੜੀ ਆ ਹੁਣ ਉਹ ਸਾਹਮਣੇ ਆਈ ਆ। ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਇੰਪੋਰਟੈਂਟ ਖਬਰ ਹੈਗੀ ਆ, ਉਹ ਇਹ ਹੈਗੀ ਆ ਕਿ ਜਿਹੜੀ ਇਹ ਸਰਕਾਰ ਨੇ, ਜਿਹੜੀ ਬਾਈਡਨ ਸਰਕਾਰ, ਇਹਨੇ ਕਿਹਾ ਸੀ ਕਿ ਡੀਪੋਰਟੇਸ਼ਨ ਦੀ ਜਿਹੜੀ ਨੀਤੀ ਆ ਉਹ ਅਸੀਂ ਚੇਂਜ ਕਰ ਰਹੇ ਹਾਂ, ਅਤੇ ਜਿਹੜੇ ਬੰਦੇ ਪਬਲਿਕ ਇੰਟਰਸਟ ਨੂੰ ਅਮਰੀਕਾ ਦੇ ਥ੍ਰੈਟ ਹੈਗੇ ਆ, ਜਾਂ ਜਿਨ੍ਹਾਂ ਨੇ ਕੋਈ ਕ੍ਰਾਈਮ ਕੀਤੇ ਨੇ, ਜਾਂ ਜਿਹੜੇ ਬੰਦੇ ਹੁਣ ਰੀਸੈਂਟ ਆਏ ਨੇ, ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ। ਪਰ ਜਿਹੜੇ ਬੰਦੇ ਨਵੰਬਰ 2020 ਤੋਂ ਪਹਿਲਾਂ ਆਏ ਆ, ਜਿਨ੍ਹਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ, ਜਾਂ ਜਿਹੜਾ ਨੇ ਕੋਈ ਕਿਸੇ ਹੋਰ ਗਲਤ ਕੰਮ ਦੇ ਵਿੱਚ, ਜਾਂ ਐਂਟਾਈ ਜਿਹੜੇ ਨੈਸ਼ਨਲ ਜਿਹੜੇ ਕੰਮ ਹੁੰਦੇ ਨੇ ਅਮਰੀਕਾ ਦੇ ਇੰਟਰਸਟ ਦੇ ਖਿਲਾਫ, ਉਹ ਨਹੀਂ ਕਰ ਰਹੇ, ਉਹਨਾਂ ਨੂੰ ਰਿਪੋਰਟ ਨਹੀਂ ਕੀਤਾ ਜਾਏਗਾ। ਉਹ ਪਾਲਿਸੀ ਜਿਹੜੀ ਅਨਾਊਂਸ ਕੀਤੀ ਸੀ, ਅਤੇ ਉਹ ਪਾਲਿਸੀ ਦੇ ਖਿਲਾਫ ਕਈ ਸਟੇਟਾਂ ਨੇ, ਖਾਸ ਕਰਕੇ ਟੈਕਸਸ ਨੇ ਕੇਸ ਕੀਤਾ ਵੀ ਇਹ ਪਾਲਿਸੀ ਗਲਤ ਆ। ਅਤੇ ਜਿਹੜਾ ਲਾ ਹੈਗਾ ਉਹ ਇਹੋ ਜਿਹੀ ਗੱਲ 'ਚ ਕੋਈ ਫਰਕ ਨਹੀਂ ਕਰਦਾ। ਲਾ ਤਾਂ ਇਹੀ ਕਹਿੰਦਾ ਵੀ ਜਿੱਥੇ ਡੀਪੋਰਟੇਸ਼ਨ ਲੱਗੀ ਆ ਉਹਨੂੰ ਡਿਪੋਰਟ ਕਰੋ। ਅਤੇ ਹੁਣ ਇੱਕ ਟੈਕਸਸ ਦੇ ਜੱਜ ਨੇ ਇਹ ਜਿਹੜੀ ਮਤਲਬ ਜੱਜ ਟਿਪਟਨ ਨੇ, ਉਹਨਾਂ ਨੇ ਇਹ ਕਹਿਤਾ ਕਿ ਜਿਹੜੀ ਨਵੀਂ ਸਰਕਾਰ ਦੀ ਡੀਪੋਰਟੇਸ਼ਨ ਨੀਤੀ ਇਹ ਗਲਤ ਹੈ, ਅਤੇ ਜਿਹੜੀ ਪੁਰਾਣੀ ਨੀਤੀ ਸੀਗੀ ਪਿਛਲੀ ਸਰਕਾਰ ਟਰੰਪ ਸਰਕਾਰ ਦੀ, ਉਹੀ ਲਾਗੂ ਹੋਣੀ ਚਾਹੀਦੀ ਆ। ਅਤੇ ਉਹਨਾਂ ਨੇ ਇਹ ਗੱਲ ਨੂੰ ਜਿਹੜਾ ਹੈਗਾ ਉਹ ਅਪਹੋਲਡ ਉਹਨਾਂ ਦਾ ਕੀਤਾ। ਅਤੇ ਟੈਕਸਸ ਅਤੇ ਲੂਜ਼ੀਆਨਾ ਅਤੇ ਇਹੋ ਜਿਹੀਆਂ ਕਈ ਸਟੇਟਾਂ ਨੇ ਕੇਸ ਕੀਤਾ ਸੀ। ਪਰ ਹੁਣ ਦੀ ਸਰਕਾਰ ਜਿਹੜੀ ਆ ਉਹਦੇ ਅਗੇਂਸਟ ਉਹਨੇ ਇਹ ਕਿਹਾ ਕਿ ਜਿਹੜੀ ਇਹਨਾਂ ਨੇ ਨੀਤੀ ਬਣਾਈ ਆ ਕਿ ਉਹਦੇ ਵਿੱਚ ਇਹਨਾਂ ਨੇ ਸਰਟਨ ਕੈਟੇਗਰੀਜ਼ ਬਣਾਈਆਂ ਕਿ ਇਹਨੂੰ ਰਿਪੋਰਟ ਕਰਨਾ, ਉਹਨੂੰ ਨਹੀਂ ਕਰਨਾ, ਵੀ ਉਹ ਨੀਤੀ ਜਿਹੜੀ ਆ ਉਹ ਗਲਤ ਆ। ਅਤੇ ਜਿਹੜੀ ਡੀਪੋਰਟੇਸ਼ਨ ਆ, ਉਹ ਜਿਹਦੇ 'ਤੇ ਵੀ ਡੀਪੋਰਟੇਸ਼ਨ ਲੱਗੀ ਆ, ਚਾਹੇ ਕਦੇ ਵੀ ਲੱਗੀ ਹੋਵੇ, ਚਾਹੇ ਉਹ ਬੰਦਾ ਥ੍ਰੈਟ ਹੋਵੇ ਨਾ ਹੋਵੇ, ਚਾਹੇ ਉਹਦਾ ਕ੍ਰਿਮੀਨਲ ਰੈਕਡ ਹੋਵੇ ਨਾ ਹੋਵੇ, ਉਹਨੂੰ ਰਿਪੋਰਟ ਕਰਨਾ ਚਾਹੀਦਾ। ਸੋ ਇਹਦੀ ਹੁਣ ਅਪੀਲ ਇਹ ਸਰਕਾਰ ਕਰੇਗੀ, ਅਤੇ ਹੁਣ ਦੇਖਦੇ ਹਾਂ ਵੀ ਕਿਸ ਤਰ੍ਹਾਂ ਇਹਨੂੰ ਇੰਪਲੀਮੈਂਟ ਕਰਦੇ ਆ। ਪਰ ਫਿਲਹਾਲ ਉਹਨੇ ਇਹਨਾਂ ਦੀ ਇਸ ਜਿਹੜੀ ਡੀਪੋਰਟੇਸ਼ਨ ਦੀ ਨਵੀਂ ਨੀਤੀ ਆ ਉਹਦੇ ਉੱਤੇ ਇੱਕ ਜਿਹੜਾ ਹੈਗਾ ਉਹਨੂੰ ਬਲੌਕ ਕਰ ਦਿੱਤਾ। ਹੁਣ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ, ਜਿਵੇਂ ਮੈਂ ਤੁਹਾਨੂੰ ਲਾਸਟ ਟਾਈਮ ਦੱਸਿਆ ਸੀ ਕਿ ਜਿਹੜੇ ਨਵੇਂ ਰੂਲ ਹੈਗੇ ਨੇ ਇਹਨਾਂ ਨੇ ਜਿਹੜੇ ਬਣਾਏ ਆ ਅਸਾਈਲਮ ਦੇ, ਉਹ ਲਿਮਿਟਡ ਬੇਸਿਸ 'ਤੇ ਜਾਰੀ ਜਿਹੜੇ ਉਹ ਲਾਗੂ ਹੋਣਗੇ। ਅਤੇ ਉਹਨਾਂ ਵਿੱਚ ਇਹ ਆ ਵੀ ਟੈਕਸਸ ਤੋਂ ਸ਼ੁਰੂ ਕਰਨਗੇ ਉਹ, ਅਤੇ ਜਿਹੜੇ ਬੰਦੇ 6 ਅਸਾਈਲਮ ਆਫਿਸਿਸ ਦੇ ਵਿੱਚ ਰਹਿਣਗੇ, ਬੋਸਟਨ, ਲਾਸ ਐਂਜਲਸ, ਮਿਆਮੀ, ਨਿਊਯਾਰਕ, ਨਿਊਯਾਰਕ ਅਤੇ ਸੈਨ ਫਰਾਂਸਿਸਕੋ, ਪਰ ਟੈਕਸਸ ਦੇ ਡਿਟੈਂਸ਼ਨ ਸੈਂਟਰ 'ਚ ਹੋਣਗੇ, ਉਹਨਾਂ 'ਤੇ ਉਹ ਲਾਗੂ ਹੋਣਗੇ ਕਿ ਉਹਨਾਂ ਦੇ ਕੇਸ ਪਹਿਲਾਂ ਅਸਾਈਲਮ ਅਫਸਰਾਂ ਕੋਲ ਭੇਜੇ ਜਾਣਗੇ। ਉਹਨਾਂ ਕੋਲ 45 ਦਿਨ ਹੋਣਗੇ ਫੈਸਲਾ ਕਰਨ ਦੇ, ਅਤੇ ਜੇ ਉਹ ਅਸਾਈਲਮ ਨਹੀਂ ਗਰਾਂਟ ਕਰਦੇ ਤਾਂ ਇਮੀਗ੍ਰੇਸ਼ਨ ਜੱਜ ਕੋਲ ਜਾਊਗਾ, ਤਾਂ ਜੱਜ ਕੋਲ 4 ਮਹੀਨੇ ਹੋਣਗੇ ਉਹਦਾ ਫੈਸਲਾ ਕਰਨ ਵਾਸਤੇ। ਪਰ ਉਹ ਜਿਹੜੇ ਹੈਗੇ ਨੇ ਸਾਰੇ ਅਮਰੀਕਾ ਦੇ ਲਾਗੂ ਨਹੀਂ ਹੋਏ ਰੂਲ, ਅਤੇ ਉਹ ਰੂਲ ਜਿਹੜੇ ਆ ਉੱਥੋਂ ਸ਼ੁਰੂ ਕੀਤੇ ਆ, ਅਤੇ ਸਰਕਾਰ ਨੇ ਅਜੇ ਕੋਈ ਟਾਈਮ ਫਰੇਮ ਨਹੀਂ ਦਿੱਤਾ ਵੀ ਕਦੋਂ ਲਾਗੂ ਹੋਣਗੇ। ਇਹਦੇ ਖਿਲਾਫ ਵੀ ਟੈਕਸਸ ਨੇ ਅਤੇ ਕਈ ਸਟੇਟਾਂ ਨੇ ਕੇਸ ਕੀਤਾ ਹੋਇਆ ਕੋਰਟ ਦੇ ਵਿੱਚ, ਅਤੇ ਉਹ ਕੋਰਟ ਦੀ ਰੂਲਿੰਗ ਜਿਹੜੀ ਗਾਹਾਂ ਅਗਲੇ ਆਉਣ ਵਾਲੇ ਹਫ਼ਤੇ ਜਾਂ 10 ਦਿਨ ਤੱਕ ਐਕਸਪੈਕਟਡ ਆ। ਉਹ ਫਿਰ ਜਿਵੇਂ ਹੋਊਗਾ ਉਸ ਹਿਸਾਬ ਨਾਲ ਤੁਹਾਨੂੰ ਦੱਸਾਂਗੇ। ਅਗਲੀ ਗੱਲ ਜਿਹੜੀ ਹੈਗੀ ਆ ਉਹ ਹੈਗੀ ਆ ਬੌਂਡ ਬਾਰੇ, ਕਿ ਜਿਹੜੇ ਆਪਣੇ ਇਮੀਗ੍ਰੇਸ਼ਨ ਦੇ ਜਿਹੜੇ ਕੇਸ ਨੇ ਇਹਨਾਂ ਵਿੱਚ ਅੱਜ ਕੱਲ੍ਹ ਕਾਫੀ ਕੇਸਾਂ ਦੇ ਵਿੱਚ ਬੌਂਡ ਹੋ ਰਹੇ ਨੇ। ਜੇ ਤਾਂ ਹੁਣ ਆਈਸ ਬੌਂਡ ਕਰਦੀ ਹੈ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ, ਉਹ ਤਕਰੀਬਨ ਐਨੀਵੇਅਰ ਬਿਟਵੀਨ 3000 ਦਾ ਜਾਂ 1500 ਦਾ ਜਾਂ 5000 ਤੱਕ ਦਾ ਬੌਂਡ ਹੁੰਦਾ। ਜੇ ਇਮੀਗ੍ਰੇਸ਼ਨ ਕੋਰਟ ਬੌਂਡ ਕਰਦੀ ਹੈ, ਜੱਜ ਕਰਦੇ ਨੇ, ਉਹ 15 ਤੋਂ 20000 ਦਾ ਬੌਂਡ ਹੁੰਦਾ। ਅਤੇ ਉਸ ਹਿਸਾਬ ਨਾਲ ਦੋਨੇ ਹੀ ਬੌਂਡ ਕਰ ਰਹੇ ਨੇ, ਆਈਸ ਵੀ ਕਰ ਰਹੀ ਹੈ, ਇਮੀਗ੍ਰੇਸ਼ਨ ਜੱਜ ਵੀ ਕਰ ਰਹੇ ਨੇ। ਅਤੇ ਜ਼ਿਆਦਾ ਕੇਸਾਂ ਦੇ ਵਿੱਚ ਜਿਹੜੇ ਬਿਆਨ ਹੁੰਦੇ ਨੇ, ਜਿਹੜੇ ਕ੍ਰੈਡੀਬਲ ਫੇਅਰ ਇੰਟਰਵਿਊ ਨਹੀਂ ਹੁੰਦੀ, ਉਹ ਰਿਲੀਜ਼ ਕਰ ਦਿੰਦੇ ਆ, ਅਤੇ ਉਹ ਜਾ ਕੇ ਆਪਣਾ ਅਸਾਈਲਮ ਲਾ ਸਕਦਾ ਬੰਦਾ, ਅਤੇ ਉਸ ਤੋਂ ਬਾਅਦ ਜਿਹੜੇ ਬਿਆਨ ਹੈਗੇ ਆ ਉਹ ਹੁੰਦੇ ਨੇ। ਪਰ ਕਈਆਂ ਦੇ ਇਹ ਕਈ ਜਿਹੜੇ ਸੈਂਟਰ ਹੈਗੇ ਉਹ ਬਿਆਨ ਲੈ ਰਹੇ ਆ, ਕਈ ਨਹੀਂ ਲੈ ਰਹੇ। ਅਤੇ ਲੇਕਿਨ
ਜਿਹੜਾ ਹੁਣ ਰੀਸੈਂਟ ਬੌਂਡ ਹੋ ਰਿਹਾ ਉਹ ਜੇ ਆਈਸ ਕਰੇ ਤਾਂ ਉਹ ਘੱਟ ਆ, ਜੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਕਰੇ, ਜੇ ਜੱਜ ਕਰੇ ਤਾਂ ਉਹ ਬੌਂਡ ਜ਼ਿਆਦਾ, ਪਰ ਬੌਂਡ ਤਕਰੀਬਨ 90% ਤੋਂ ਉੱਪਰ ਬੰਦਿਆਂ ਦੇ ਜਿਹੜੇ ਆ ਉਹ ਹੋ ਰਹੇ ਨੇ। 5 ਬੰਦੇ ਅਸੀਂ ਲੰਘੇ ਵੀਕ ਦੇ ਵਿੱਚ ਬੌਂਡ ਤੇ ਜਿਹੜੇ ਹੈਗੇ ਆ ਉਹ ਕਢਾਏ ਆ। ਤੇ ਇਸ ਵੀਕ ਆਪਣੇ 2 ਪੋਲੀਟੀਕਲ ਅਸਾਈਲਮ ਦੇ ਕੇਸ ਜਿਹੜੇ ਆ ਉਹ ਪਾਸ ਹੋਏ ਨੇ। ਇੱਕ ਕੈਲੀਫੋਰਨੀਆ 'ਚ ਹੋਇਆ, ਇੱਕ ਨਿਊਯਾਰਕ 'ਚ ਹੋਇਆ। ਤੇ ਉਹਨਾਂ ਕੇਸਾਂ ਦੇ ਵਿੱਚ ਜਿਹੜਾ ਉਹ ਫੇਰ ਇੱਕ ਵਾਰੀ ਰੀਲੋਕੇਸ਼ਨ ਦਾ ਇਸ਼ੂ ਸੀਗਾ, ਜਿਹਨੂੰ ਕਿ ਟੈਕਲ ਕੀਤਾ ਅਸੀਂ, ਉਹਦੇ ਉੱਤੇ ਬਰੀਫ ਵੀ ਜਮ੍ਹਾਂ ਕਰਾਈ, ਪਰ ਜੱਜ ਸਾਹਿਬ ਸਾਡੇ ਨਾਲ ਸਹਿਮਤ ਹੋਏ ਤਾਂ ਉਹ ਕੇਸ ਜਿਹੜੇ ਨੇ 2 ਪਾਸ ਆਪਣੇ ਇਸ ਵੀਕ ਹੋਏ ਆ। ਇਹਦੇ ਨਾਲ ਜਿਹੜੀ ਖਬਰ ਹੈਗੀ ਕਿ USCIS ਹੁਣ ਆਪਣੇ ਵਿੱਚ ਚੇਂਜਸ ਕਰ ਰਹੀ ਆ ਕਿ ਜਿਹੜੀਆਂ ਪਟੀਸ਼ਨਾਂ ਕੀਤੀਆਂ ਨੇ ਇੱਥੇ ਅਮਰੀਕਾ ਦੇ ਵਿੱਚ ਜਾਂ ਸਿਟੀਜ਼ਨਸ਼ਿਪ ਦਾ ਕਿਸੇ ਨੇ ਅਪਲਾਈ ਕੀਤਾ, ਉਹਦਾ ਜਿਹੜਾ ਪ੍ਰੋਸੈਸਿੰਗ ਫਾਸਟ ਹੋਵੇ। ਪਰ ਇਹਦਾ ਸੰਬੰਧ ਕੋਈ ਜਿਹੜੇ ਬਾਹਰ ਅੰਬੈਸੀਆਂ ਦੇ ਜਿਹੜੇ ਜਿਵੇਂ ਹੁਣ ਕੈਟੇਗਰੀਜ਼ ਹੈਗੀਆਂ F4 F6 ਉਹਨਾਂ ਨਾਲ ਨਹੀਂ ਆ। ਲੋਕਲ ਜਿਹੜੇ ਇਮੀਗ੍ਰੇਸ਼ਨ ਦੇ ਇੱਥੋਂ ਦੇ ਹੈਗੇ ਆ ਉਹਦੇ ਨਾਲ ਸੰਬੰਧ ਜ਼ਰੂਰ ਆ, ਤੇ ਉਹ ਸਾਰਾ ਹੋ ਰਿਹਾ। ਇਹਦੇ ਨਾਲ ਇੱਕ ਹੋਰ ਖਬਰ ਹੈਗੀ ਆ, ਉਹ ਇਹ ਹੈਗੀ ਆ ਕਿ ਸਰਕਾਰ ਨੇ ਜਿਹੜੇ ਬੰਦੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਜਿਹੜੀ ਰਿਕੁਆਇਰਮੈਂਟ ਸੀਗੀ ਕਿ ਤੁਸੀਂ ਟੈਸਟ ਕਰਾਓ ਤੇ ਨਾਲੇ ਵੈਕਸੀਨੇਸ਼ਨ ਲਵਾਓ, ਉਹ ਜਿਹੜੀ ਰਿਕੁਆਇਰਮੈਂਟ ਹੈਗੀ ਆ ਉਹ ਖਤਮ ਕਰਤੀ ਆ। ਸੋ ਇੰਟਰਨੈਸ਼ਨਲ ਟਰੈਵਲਰਸ ਨੂੰ ਹੁਣ ਜਿਹੜੀਆਂ ਪਹਿਲਾਂ ਰਿਕੁਆਇਰਮੈਂਟਾਂ ਸੀਗੀਆਂ ਟੈਸਟ ਦੀ ਤੇ ਵੈਕਸੀਨੇਸ਼ਨ ਵਗੈਰਾ ਦੀ, ਉਹਦੀ ਹੁਣ ਲੋੜ ਨਹੀਂ ਰਹੇਗੀ। ਸੋ ਇਹ ਸੀਗੀਆਂ ਹੁਣ ਦੀਆਂ ਜਿਹੜੀਆਂ ਖਬਰਾਂ ਸੀ ਇੰਪੋਰਟੈਂਟ, ਤੇ ਹੁਣ ਥੋੜ੍ਹੇ ਸਵਾਲਾਂ ਦੇ ਜਵਾਬ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਜੀ ਇੱਕ ਸਵਾਲ ਆ, ਉਹ ਕਹਿ ਰਹੇ ਕਿ ਸਾਡੇ ਮੇਰੇ ਹਸਬੈਂਡ ਦੀ ਕ੍ਰੈਡੀਬਲ ਫੇਅਰ ਇੰਟਰਵਿਊ ਹੋਈ ਸੀਗੀ, ਪਰ ਉੱਥੇ ਕਿਸੇ ਕਾਰਨ ਕਰਕੇ ਉਹ ਇੰਟਰਵਿਊ ਅੱਗੇ ਹੋ ਗਈ, ਤੇ ਹੁਣ ਦੱਸੋ ਵੀ ਇਹ ਇੰਟਰਵਿਊ ਜਿਹੜੀ ਆ ਉਹ ਕਦੋਂ ਹੋਏਗੀ। ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ। ਉਹ ਕਈ ਵਾਰੀ ਤਾਂ ਇੰਟਰਵਿਊ 15-20 ਦਿਨ 'ਚ ਕਰ ਲੈਂਦੇ ਨੇ, ਕਈ ਵਾਰੀ 2-3 ਮਹੀਨੇ ਨਹੀਂ ਕਰਦੇ, ਉਹਨਾਂ 'ਤੇ ਡਿਪੈਂਡ ਕਰਦਾ। ਕਈ ਵਾਰ ਇੰਟਰਵਿਊ ਤੋਂ ਬਿਨਾਂ ਹੀ ਰਿਲੀਜ਼ ਕਰ ਦਿੰਦੇ ਆ ਬੌਂਡ ਵਗੈਰਾ 'ਤੇ। ਸੋ ਇਹ ਡਿਪੈਂਡ ਉਹਨਾਂ 'ਤੇ ਕਰੇਗਾ, ਆਪਾਂ ਪ੍ਰੈਡਿਕਟ ਨਹੀਂ ਕਰ ਸਕਦੇ ਕਿ ਕਦੋਂ ਹੋਣੀ ਆ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜੇ ਹੁਣ ਵੀਜ਼ਾ ਜਿਹੜੇ ਅਵੇਲੇਬਿਲਟੀ ਹੈਗੀ ਉਹ ਕੀ ਆ। ਇਹਦੇ 'ਚ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਜੁਲਾਈ ਦਾ ਵੀਜ਼ਾ ਬੁਲੇਟਿਨ ਹੈਗਾ ਉਹ ਆ ਗਿਆ ਉਹ ਵੀ, ਤੇ ਜੁਲਾਈ ਦੇ ਵੀਜ਼ਾ ਬੁਲੇਟਿਨ ਦੇ ਵਿੱਚ ਵੀ ਜਿਹੜੀਆਂ ਕੈਟਾਗਰੀਜ਼ ਹੈਗੀਆਂ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਮੂਵਮੈਂਟ ਦੇਖਣ ਨੂੰ ਨਹੀਂ ਮਿਲ ਰਹੀ। ਜਿਹੜੀ F4 ਕੈਟਾਗਰੀ ਹੈਗੀ US ਸਿਟੀਜ਼ਨ ਦੇ ਜਿਹੜੇ ਮਤਲਬ ਭਰਾ ਭੈਣ ਤੇ ਉਹਨਾਂ ਦੇ ਬੱਚੇ, ਉਹਦੇ ਵਿੱਚ ਚੱਲ ਰਿਹਾ ਜੀ 15 ਸਤੰਬਰ 2005। F3 ਕੈਟਾਗਰੀ ਹੈਗੀ US ਸਿਟੀਜ਼ਨ ਦੇ ਮੈਰਿਡ ਬੱਚੇ, ਉਹ ਹੈਗਾ 22 ਨਵੰਬਰ 2008। F2B ਕੈਟਾਗਰੀ ਹੈ ਗ੍ਰੀਨ ਕਾਰਡ ਹੋਲਡਰ ਦੇ ਅਨਮੈਰਿਡ ਬੱਚੇ ਓਵਰ 21, ਉੱਥੇ ਚੱਲ ਰਿਹਾ 22 ਸਤੰਬਰ 2015। F2A ਕੈਟਾਗਰੀ ਹੈਗੀ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ, ਉਹ ਕਰੰਟ ਹੈ। F1 ਜਿਹੜੀ ਕੈਟਾਗਰੀ ਆ ਉਹ ਹੈਗੀ ਆ US ਸਿਟੀਜ਼ਨ ਦੇ ਅਨਮੈਰਿਡ ਬੱਚੇ, ਉਹ ਹੈਗੀ ਆ 1 ਦਸੰਬਰ 2014। ਤੇ ਜਿਹੜੇ ਡਾਕੂਮੈਂਟੇਸ਼ਨ ਮੰਗੀ ਜਾ ਰਹੀ ਹੈ ਇਹਨਾਂ ਤੋਂ ਉਹ ਵੀ ਤਕਰੀਬਨ ਸੇਮ ਹੀ ਆ ਜੋ ਪਿਛਲੇ ਮਹੀਨੇ ਸੀਗੀ। F4 ਕੈਟਾਗਰੀ 'ਚ ਹੈਗੇ ਆ 22 ਫਰਵਰੀ 2006, F3 'ਚ ਹੈਗਾ 1 ਅਕਤੂਬਰ 2009, F2B 'ਚ ਹੈਗਾ ਜੀ 1 ਅਕਤੂਬਰ 2016, F2A ਕਰੰਟ ਆ, ਤੇ F1 'ਚ ਹੈਗਾ 1 ਜੁਲਾਈ 2016। ਸੋ ਇਹਦੇ ਵਿੱਚ ਕੋਈ ਖਾਸ ਜਿਹੜੀ ਚੇਂਜ ਆ ਉਹ ਦੇਖਣ ਨੂੰ ਨਹੀਂ ਮਿਲੀ ਅਜੇ। ਸਾਡੀ ਜਾਣਕਾਰੀ ਦੇ ਮੁਤਾਬਕ ਜਿਹੜੀਆਂ ਇੰਟਰਵਿਊਜ਼ ਵਗੈਰਾ ਹੈਗੀਆਂ ਉਹ ਬਾਹਰ ਜਿਵੇਂ ਇੰਡੀਆ ਦੇ ਵਿੱਚ ਮੁੰਬਈ ਦੇ ਵਿੱਚ ਜਿਹੜੀਆਂ ਹੋ ਰਹੀਆਂ ਉਹ ਸਿਰਫ US ਸਿਟੀਜ਼ਨ ਦੇ ਹਸਬੈਂਡ ਵਾਈਫ ਦੇ ਕੇਸਾਂ 'ਚ ਹੋ ਰਹੀਆਂ ਨੇ। ਦੂਜੇ ਜਿਹੜੇ ਕੇਸਿਸ ਨੇ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਜਾਂ ਜਿਹੜੇ F4 ਕੈਟਾਗਰੀ F3 ਉਹਨਾਂ ਵਿੱਚ ਬਹੁਤ ਸਲੋ ਆ ਸਪੀਡ, ਤੇ ਉਹਦਾ ਪਤਾ ਨਹੀਂ ਕਾਰਨ ਕੀ ਆ, ਤੇ ਹੋਣੀਆਂ ਚਾਹੀਦੀਆਂ ਪਰ ਬੜੀ ਇਹ ਗੱਲ ਜਿਹੜੀ ਹੈਗੀ ਆ ਉਹ ਨਿਰਾਸ਼ਾਜਨਕ ਹੈ ਵੀ ਇੰਨੀ ਸਲੋ ਸਪੀਡ, ਇਹਨੂੰ ਤੇਜ਼ ਕਰਨਾ ਚਾਹੀਦਾ। ਇਹਦੇ ਬਾਰੇ ਅਸੀਂ ਹਫ਼ਤੇ ਤੱਕ US ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲਣ ਜਾ ਰਹੇ ਹਾਂ, ਸੈਨੇਟਰਾਂ ਨੂੰ। ਉਹਦੇ ਬਾਰੇ ਤੁਹਾਨੂੰ ਜਦੋਂ ਮੀਟਿੰਗ ਹੋਊਗੀ ਮੈਂ ਅਗਲੀ ਅਪਡੇਟ ਜਿਹੜੀ ਆ ਉਹ ਜ਼ਰੂਰ ਦਿਆਂਗਾ ਕਿ ਉੱਥੇ ਕੀ ਗੱਲਬਾਤ ਹੋਈ ਆ, ਤੇ ਤਾਂ ਕਿ ਇਹਨਾਂ ਕੈਟਾਗਰੀਜ਼ ਬਾਰੇ ਗੱਲਬਾਤ ਜਿਹੜੀ ਆ ਉਹ ਹੋ ਸਕੇ। ਅਗਲਾ ਸਵਾਲ ਹੈ ਜੀ ਉਹ ਇਹ ਆ ਕਿ ਅਸੀਂ ਜਿਹੜਾ ਰਿਫਿਊਜੀ I-730 ਪਟੀਸ਼ਨ ਕੀਤੀ ਸੀਗੀ, ਰਿਫਿਊਜੀ ਰੈਲੇਟਿਵ ਪਟੀਸ਼ਨ, ਤੇ 2019 'ਚ ਕੀਤਾ ਸੀ, ਅਜੇ ਤੱਕ ਅਪਰੂਵਲ ਨਹੀਂ ਆਈ। ਵਾਕਈ ਟਾਈਮ ਲੱਗ ਰਿਹਾ ਜਿਹਨੂੰ ਅੱਜ ਕੱਲ੍ਹ 2.5 ਸਾਲ ਤੋਂ ਉੱਪਰ ਟਾਈਮ ਲੱਗ ਰਿਹਾ। 19 ਦੇ ਕਈ ਕੇਸ ਅਜੇ ਪੈਂਡਿੰਗ ਪਏ ਆ, ਤੁਹਾਨੂੰ ਵੇਟ ਕਰਨੀ ਪੈਣੀ ਆ। ਅਗਲਾ ਸਵਾਲ ਹੈ ਜੀ ਕਿ F4 'ਚ ਜੂਨ 2007 ਦੇ ਪੇਪਰ ਅਪਲਾਈ ਆ, ਕੋਈ ਅਪਡੇਟ ਨਹੀਂ ਆਈ ਅਜੇ ਦਾ। 2000 ਮੈਂ ਤੁਹਾਨੂੰ ਦੱਸ ਕੇ ਹਟਿਆ ਜਿਹੜਾ ਜੁਲਾਈ ਦਾ ਵੀਜ਼ਾ ਬੁਲੇਟਿਨ ਆਇਆ ਉਹਦੇ ਵਿੱਚ ਵੀ ਅਜੇ ਜਿਹੜਾ ਚੱਲ ਰਿਹਾ ਉਹ ਸਤੰਬਰ 'ਤੇ ਕੰਮ ਖੜਾ 2005 ਤੇ, ਪਰ ਮੇਰੀ ਜਾਣਕਾਰੀ ਆ ਕਿ ਜਿਹੜੇ ਫਰਵਰੀ ਮਾਰਚ ਜਾਂ ਜਨਵਰੀ 2005 ਦੇ ਜਿਹੜੇ ਕੇਸ ਨੇ ਉਹਨਾਂ ਨੂੰ ਵੀ ਅਜੇ ਤੱਕ ਵੀਜ਼ੇ ਨਹੀਂ ਮਿਲੇ। ਇਹ ਸਤੰਬਰ ਦੀ ਡੇਟ ਤਾਂ ਵੈਸੇ ਜਿਹੜੀ ਟੈਂਟੇਟਿਵ ਡੇਟ ਆ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਵੀ ਜੇ I-130 ਪਟੀਸ਼ਨ ਅਪਲਾਈ ਕੀਤੀ ਹੋਵੇ ਆਪਣੇ ਪੇਰੈਂਟਸ ਲਈ ਤੇ ਉਹ USA ਦਾ ਜਿਹੜੇ ਵੀਜ਼ਾ ਲੈ ਕੇ ਇੱਥੇ ਆ ਜਾਣ
ਤਾਂ ਉਹ ਕਿਸ ਤਰ੍ਹਾਂ ਡਿਸਾਈਡ ਹੁੰਦਾ। ਦੇਖੋ ਇਸ ਤਰ੍ਹਾਂ ਹੁੰਦਾ, ਪਹਿਲਾਂ ਤਾਂ ਜੇ ਤੁਸੀਂ ਪਟੀਸ਼ਨ ਕੀਤੀ ਆ ਤਾਂ ਵਿਜ਼ਟਰ ਵੀਜ਼ਾ ਨਹੀਂ ਆ, ਅਪਲਾਈ ਕਰਨਾ ਤਾਂ ਵਿਜ਼ਟਰ ਵੀਜ਼ਾ ਮਿਲਦਾ ਹੀ ਨਹੀਂ ਆ, ਕਿਉਂਕਿ ਉਹਦੇ ਵਿੱਚ ਇੰਟੈਂਟ ਦਾ ਸਵਾਲ ਹੋ ਜਾਂਦਾ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਪਟੀਸ਼ਨ ਕੀਤੀ ਆ, ਤੇ ਉਹ ਵੀਜ਼ਾ ਨਹੀਂ ਦਿੰਦੇ। ਉਹ ਕਹਿੰਦੇ ਵੇਟ ਕਰੋ ਤੁਸੀਂ ਆਪਣੀ ਵਾਰੀ ਦੀ। ਪਰ ਜੇ ਕਈਆਂ ਦੇ ਵੀਜ਼ਾ ਪਹਿਲਾਂ ਲੱਗਿਆ ਹੁੰਦਾ, ਉਹ ਜੇ ਇੱਥੇ ਆ ਜਾਣ ਤਾਂ ਉਹ ਫਿਰ ਇੱਥੇ ਐਡਜਸਟਮੈਂਟ ਲਈ ਅਪਲਾਈ ਕਰ ਸਕਦੇ ਆ, ਪਰ ਪਹਿਲੇ 90 ਦਿਨ ਨਹੀਂ ਕਰ ਸਕਦੇ, ਕਿਉਂਕਿ ਇੰਟੈਂਟ ਕਰਕੇ ਇੱਕ ਇਸ਼ੂ ਹੁੰਦਾ ਕਿ ਇੰਟੈਂਟ ਕੀ ਸੀ ਇੱਥੇ ਆਉਣ ਦੀ। ਸੋ ਅਸੀਂ ਰਿਕਮੈਂਡ ਕਰਦੇ ਹਾਂ ਕਿ ਪਹਿਲੇ 90 ਤੋਂ 120 ਦਿਨ ਨਾ ਅਪਲਾਈ ਕਰੋ, ਉਸ ਤੋਂ ਬਾਅਦ ਤੁਸੀਂ ਇੱਥੇ ਐਡਜਸਟਮੈਂਟ ਲਈ ਕਰ ਸਕਦੇ ਹਾਂ। ਅਗਲਾ ਸਵਾਲ ਹੈ ਜੀ ਕਿ ਕਈ ਬੰਦੇ ਕਹਿੰਦੇ ਨੇ ਕਿ ਸਾਡੇ ਕੋਲ ਪੋਰਚੁਗਲ ਦੀ ਨੈਸ਼ਨੈਲਿਟੀ ਆ ਜਾਂ ਸਪੇਨ ਦੀ ਨੈਸ਼ਨੈਲਿਟੀ ਆ, ਕੀ ਅਸੀਂ ਇੱਥੇ ਅਸਾਈਲਮ ਕੇਸ ਲਾ ਸਕਦੇ ਹਾਂ? ਹਾਂਜੀ, ਜਿਹੜਾ ਅਸਾਈਲਮ ਦਾ ਕੇਸ ਹੁੰਦਾ ਉਹ ਜੇ ਉੱਥੇ ਕੋਈ ਪ੍ਰੋਬਲਮ ਤੁਹਾਨੂੰ ਹੈਗੀ ਆ, ਕੋਈ ਵੀ ਲਾ ਸਕਦਾ, ਪਰ ਉਹਦੇ ਵਿੱਚ ਬੇਸਿਕਲੀ ਜਿਹੜੇ ਅਸਾਈਲਮ ਦੇ 5 ਗਰਾਊਂਡ ਨੇ ਉਹ ਸ਼ੋਅ ਕਰਨੇ ਪੈਂਦੇ ਆ, ਤੇ ਇਹ ਸ਼ੋਅ ਕਰਨਾ ਪੈਂਦਾ ਕਿ ਉਹਨਾਂ ਮੁਲਕਾਂ ਦੇ ਵਿੱਚ ਤੁਹਾਨੂੰ ਕੀ ਪ੍ਰੋਬਲਮ ਹੈ। ਜੇ ਕੋਈ ਪ੍ਰੋਬਲਮ ਉਹਨਾਂ 5 ਗਰਾਊਂਡਾਂ ਦੇ ਵਿੱਚ ਆਉਂਦੀ ਆ ਤਾਂ ਜੈਨੂਇਨ ਆ, ਸੱਚੀ ਆ, ਤੁਹਾਡੇ ਕੋਲ ਪ੍ਰੂਫ ਹੈਗੇ, ਫਿਰ ਤੁਸੀਂ ਲਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਨੋਟਿਸ ਟੂ ਅਪੀਅਰ ਦੀ ਡੇਟ ਸਾਨੂੰ ਕੈਂਪ 'ਚ ਮਿਲੀ ਸੀ, ਡੇਟ 1 ਸਾਲ ਬਾਅਦ ਦੀ ਸੀ, ਤੇ ਇਹਦਾ ਕੀ ਮਤਲਬ ਆ? ਦੇਖੋ ਡੇਟ ਤਾਂ ਜਿਹੜੀ ਹੁੰਦੀ ਆ ਮਤਲਬ ਕੋਰਟ ਦੀ ਡੇਟ ਸਾਲ ਦੀ, ਸਵਾ ਸਾਲ ਦੀ ਵੀ ਮਿਲਦੀ ਆ, ਪਰ ਉਹ ਤੋਂ ਪਹਿਲਾਂ ਤੁਸੀਂ ਅਸਾਈਲਮ ਲਾ ਸਕਦੇ ਹੋ, ਲਾਉਣਾ ਚਾਹੀਦਾ। ਕੋਈ ਜਿਹੜਾ ਅਸਾਈਲਮ ਲਾਉਣਾ ਉਹ ਵਿਦਨ 1 ਈਅਰ ਲੱਗਦਾ। ਸੋ ਇਹਦੇ ਬਾਰੇ ਤੁਹਾਨੂੰ ਉਹ ਨੋਟਿਸ ਟੂ ਅਪੀਅਰ ਦੀ ਡੇਟ ਦੀ ਵੇਟ ਕਰਨ ਦੀ ਲੋੜ ਨਹੀਂ, ਤੇ ਅਸਾਈਲਮ ਦਾ ਕੇਸ ਤੁਸੀਂ ਇੱਕਦਮ ਜੋ ਤੁਸੀਂ ਬਾਹਰ ਨਿਕਲਦੇ ਹੋ ਤੁਸੀਂ ਲਾ ਸਕਦੇ ਹੋ। ਡੇਟ ਜਿਹੜੀ ਆ ਉਹ ਆਪਣੇ ਹਿਸਾਬ ਨਾਲ ਦਿੰਦੇ ਨੇ, ਕਈਆਂ ਨੂੰ 6 ਮਹੀਨੇ ਦੀ, ਕਈਆਂ ਨੂੰ ਸਾਲ ਦੀ, ਉਹ ਡਿਪੈਂਡ ਉਹਨਾਂ 'ਤੇ ਕਰੂਗਾ। ਪਰ ਪੋਲੀਟੀਕਲ ਅਸਾਈਲਮ ਦਾ ਕੇਸ ਤੁਸੀਂ ਪਹਿਲਾਂ ਹੀ ਲਾ ਸਕਦੇ ਹੋ। ਜਿਹੜੀ ਤੁਹਾਨੂੰ ਡੇਟ ਮਿਲੀ ਉਹਦਾ ਮਤਲਬ ਇਹ ਆ ਕਿ ਜਿਹੜੀ ਮਾਸਟਰ ਹੀਅਰਿੰਗ ਡੇਟ ਆ ਪਹਿਲੀ, ਉਹ ਤੁਹਾਨੂੰ ਉਹ ਡੇਟ ਮਿਲੀ ਆ। ਉਹ ਡੇਟਾਂ ਅੱਗੇ ਪਿੱਛੇ ਚੇਂਜ ਵੀ ਹੋ ਜਾਂਦੀਆਂ ਨੇ, ਪਰ ਉਹਦਾ ਇਫੈਕਟ ਜਿਹੜਾ ਉਹ ਅਸਾਈਲਮ 'ਤੇ ਨਹੀਂ ਹੈਗਾ। ਅਸਾਈਲਮ ਤੁਸੀਂ ਪਹਿਲਾਂ ਲਾ ਦਿੰਦੇ ਹੋ, ਉੱਥੋਂ ਫਿਰ ਉਹਦਾ ਕਲੌਕ ਚੱਲ ਪਊਗਾ ਵਰਕ ਪਰਮਿਟ ਦਾ, ਜਿਹੜਾ 6 ਮਹੀਨੇ ਬਾਅਦ ASAP ਦੀ ਮੈਂਬਰਸ਼ਿਪ ਲੈ ਕੇ ਮਿਲਦਾ। ਅਗਲਾ ਸਵਾਲ ਹੈ ਜੀ ਕਿ ਮੇਰੇ ਪੇਰੈਂਟ ਦੇ ਪੇਪਰ 10 ਮਾਰਚ 20 ਦੇ ਨਿਕਲੇ ਸੀ, ਪਰ ਹੁਣ ਪੁਲਿਸ ਕਲੀਅਰੈਂਸ ਰਿਪੋਰਟ ਹਰ 6 ਮਹੀਨੇ ਬਾਅਦ ਮੰਗਦੇ ਆ, ਤੇ ਇਹ ਡਾਕੂਮੈਂਟਰੀ ਦੇਖੋ ਇਸ ਤਰ੍ਹਾਂ ਕਿ ਕਾਫੀ ਡਿਲੇ ਆ ਇਸ ਕੈਟਾਗਰੀ ਦੇ ਵਿੱਚ। ਜੇ ਮੈਂ ਦੱਸ ਕੇ ਹਟਿਆ ਵੀ ਜਿਹੜੇ US ਸਿਟੀਜ਼ਨ ਦੇ ਹਸਬੈਂਡ ਵਾਈਫ ਦੀਆਂ ਕੈਟਾਗਰੀਆਂ ਨੇ, ਉਹਨਾਂ ਤੋਂ ਬਿਨਾਂ ਬਾਕੀ ਸਾਰੇ ਕੈਟਾਗਰੀਆਂ ਡਿਲੇ ਆ। ਸੋ ਜੇ ਮੰਗਦੇ ਆ ਤੁਹਾਨੂੰ ਜੋ ਚੀਜ਼ ਵੀ ਮੰਗਦੇ ਆ ਉਹ ਦੇਣੀ ਪਊਗੀ। ਅਗਲਾ ਸਵਾਲ ਹੈ ਜੀ ਕਿ C1D ਵੀਜ਼ੇ 'ਤੇ ਆ ਕੇ ਇੱਥੇ ਐਡਜਸਟਮੈਂਟ ਆਫ ਸਟੇਟਸ ਕਰ ਸਕਦਾ? ਜਿਹੜਾ C1D 'ਤੇ ਆਉਂਦਾ ਉਹ ਇੱਥੇ ਵਿਆਹ ਵਗੈਰਾ ਦਾ ਕੇਸ ਕਰਕੇ ਐਡਜਸਟ ਨਹੀਂ ਕਰ ਸਕਦਾ, ਆਪਣੀ ਕੰਟਰੀ ਜਾਣਾ ਪੈਂਦਾ। ਤੇ ਬਾਕੀ ਉਹਦੇ ਵਾਸਤੇ ਜਿਹੜਾ ਹੈਗਾ ਉਹ ਇਹ ਆਪਸ਼ਨ ਨਹੀਂ ਹੈ, ਪਰ ਅਸਾਈਲਮ ਦੀ ਆਪਸ਼ਨ ਜ਼ਰੂਰ ਹੈਗੀ ਹੈ। ਜੇ ਉਹਨੂੰ ਕੋਈ ਖਤਰਾ ਹੈਗਾ, ਜੇ ਉਹਦਾ ਕੇਸ 5 ਗਰਾਊਂਡਾਂ 'ਚ ਆਉਂਦਾ, ਸ਼ੋਅ ਕਰ ਸਕਦਾ, ਉਹਦੇ ਕੋਲ ਡਾਕੂਮੈਂਟੇਸ਼ਨ ਹੈਗੀ ਆ ਵੀ ਉਹਨੂੰ ਖਤਰਾ, ਤਾਂ ਅਸਾਈਲਮ ਉਹ ਲਾ ਸਕਦਾ। ਅਗਲਾ ਸਵਾਲ ਹੈ ਜੀ ਕਿ ਜੇ ਕੋਈ ਬੰਦਾ ਬਾਰਡਰ ਕ੍ਰਾਸ ਕਰਕੇ ਆਉਂਦਾ ਤਾਂ ਉਹਦੇ ਬਿਆਨ ਹੁੰਦੇ ਨੇ ਚੌਂਕੀ ਵਿੱਚ ਜਾਂ ਕੈਂਪ ਵਿੱਚ, ਜਾਂ ਫਿਰ ਬਿਨਾਂ ਬਿਆਨ ਤੋਂ ਛੱਡਿਆ ਜਾਂਦਾ? ਇਹ ਡਿਪੈਂਡ ਕਰਦਾ ਜੀ ਕਿੱਥੇ ਉਹ ਐਂਟਰ ਕਰਦਾ। ਪਰ ਅੱਜ ਕੱਲ੍ਹ ਜਿਹੜੇ ਲੋਕ ਜ਼ਿਆਦਾ ਐਰੀਜ਼ੋਨਾ ਦੇ ਕੈਂਪਾਂ 'ਚੋਂ ਜਾਂ ਕੈਲੀਫੋਰਨੀਆ 'ਚੋਂ ਨਿਕਲੇ, ਉਹਨਾਂ ਦੇ ਬਿਆਨ ਨਹੀਂ ਹੁੰਦੇ। ਉਹਨਾਂ ਦਾ ਬੌਂਡ ਹੁੰਦਾ, ਕਿਸੇ ਦਾ 3000, ਕਿਸੇ ਦਾ 1500, ਉਹ ਆਈਸ ਕਰਕੇ ਛੱਡ ਦਿੰਦੀ ਆ, ਬਿਆਨ ਨਹੀਂ ਹੁੰਦੇ। ਤੇ ਬਿਆਨ ਜਿਹੜੇ ਨੇ ਉਹ ਫਿਰ ਬਾਹਰੋਂ ਆ ਕੇ ਅਸਾਈਲਮ ਦਾ ਕੇਸ ਲਾਉਂਦਾ, ਉਸ ਤੋਂ ਬਾਅਦ ਹੋਣਗੇ। ਉੱਥੇ ਅੰਦਰ ਬਿਆਨ ਨਹੀਂ ਹੋ ਰਹੇ, ਪਰ ਕਈ ਸਰਵਿਸ ਸੈਂਟਰਾਂ ਦੇ ਵਿੱਚ ਜਿਨ੍ਹਾਂ 'ਚ ਖਾਸ ਕਰਕੇ ਕਈ ਲੂਜ਼ੀਆਨਾ ਜਾਂ ਟੈਕਸਸ ਵਗੈਰਾ, ਉੱਥੇ ਬਿਆਨ ਹੋ ਰਹੇ ਨੇ। ਪਰ ਜ਼ਿਆਦਾ ਜਿਹੜੇ ਇੱਧਰਲੇ ਸਰਵਿਸ ਸੈਂਟਰ ਹੈਗੇ ਐਰੀਜ਼ੋਨਾ, ਕੈਲੀਫੋਰਨੀਆ, ਉੱਥੇ ਬਿਆਨ ਨਹੀਂ ਹੁੰਦੇ। ਅਗਲਾ ਸਵਾਲ ਹੈ ਜੀ ਕਿ F2B 2016 ਦਾ ਕੇਸ ਹੈ ਤੇ ਪ੍ਰੋਸੈਸ ਅੱਗੇ ਨਹੀਂ ਵੱਧ ਰਿਹਾ। ਬਿਲਕੁਲ ਠੀਕ ਹੈ ਜੀ। F2B ਕੈਟਾਗਰੀ ਜਿਹੜੀ ਆ ਜੇ 22 ਸਤੰਬਰ 2015 ਚੱਲੀ ਜਾਂਦਾ, ਤੇ ਬਹੁਤ ਸਲੋ ਹੈਗਾ, ਤੇ ਇਸ ਕਰਕੇ ਹੁਣ ਦੇਖਦੇ ਹਾਂ ਇਹਦੇ 'ਚ ਕੀ ਪ੍ਰੋਬਲਮ, ਕਿੱਦਾਂ ਤੇਜ਼ ਹੁੰਦਾ, ਪਰ ਅਜੇ ਬਹੁਤ ਨਿਰਾਸ਼ਾਜਨਕ ਹੈ ਕਿ ਅੱਗੇ ਨਹੀਂ ਤੋਰ ਰਹੇ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਦਿੱਲੀ ਬਾਇਓਮੈਟ੍ਰਿਕਸ ਹੋਏ ਸੀ US ਐਮਬੈਸੀ 'ਚ, ਤੇ ਜੇ ਅਸੀਂ ਇੱਥੇ ਆਈਏ ਤਾਂ ਉਹ ਕੱਢ ਲੈਣਗੇ? ਹਾਂਜੀ, ਕੱਢ ਸਕਦੇ ਆ ਜੀ, ਬਿਲਕੁਲ। ਜੇ ਤੁਹਾਡੇ ਜਿਹੜੇ ਬਾਇਓਮੈਟ੍ਰਿਕਸ ਆ ਉਹ ਕਿਸੇ ਵੀ ਐਮਬੈਸੀ 'ਚ ਹੋਏ ਆ, ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕੀਤਾ, ਉਹ ਤੁਹਾਨੂੰ ਨਹੀਂ ਮਿਲਿਆ, ਤੁਹਾਡੇ ਉੱਥੇ ਫਿੰਗਰਪ੍ਰਿੰਟ ਹੋਏ ਆ, ਤੇ ਤੁਸੀਂ ਜੇ ਇੱਥੇ ਐਂਟਰ ਕਰਦੇ ਹੋ ਕਿਸੇ ਤਰੀਕੇ ਨਾਲ ਵੀ, ਤੇ ਉਹ ਬਾਇਓਮੈਟ੍ਰਿਕਸ ਦੇ ਵਿੱਚੋਂ ਉਹ ਇਹ ਗੱਲ ਨੂੰ ਜੋ ਤੁਹਾਡੇ ਫਿੰਗਰਪ੍ਰਿੰਟ ਇੱਥੇ ਕਰਨਗੇ ਉਹ ਮੈਚ ਹੋ ਜਾਣਗੇ, ਤੇ ਗੌਰਮੈਂਟ ਨੂੰ ਇਹ ਪਤਾ ਲੱਗੂਗਾ ਕਿ ਤੁਸੀਂ ਉੱਥੇ ਅਪਲਾਈ ਕੀਤਾ ਸੀ। ਅਸੀਂ ਤਾਂ ਹਮੇਸ਼ਾ ਇਹ ਰਿਕਮੈਂਡ ਕਰਦੇ ਹਾਂ ਕਿ ਸੱਚ ਦੱਸੋ, ਕਿ ਤੁਸੀਂ ਜੋ ਵੀ ਅਪਲਾਈ ਤੁਹਾਡਾ ਕਿਸੇ ਨੇ ਕੀਤਾ ਜਾਂ ਤੁਸੀਂ ਕੋਈ ਅਪਲਾਈ ਕੀਤਾ ਉਹਨੂੰ ਨਾ ਲੁਕਾਓ, ਉਹਨੂੰ ਆਪਣੀ ਸਹੀ ਪੋਜੀਸ਼ਨ ਦੱਸਣੀ ਚਾਹੀਦੀ ਆ। ਪਰ ਬਾਇਓਮੈਟ੍ਰਿਕਸ ਤੋਂ ਉਹ ਤੁਹਾਡਾ ਸਾਰਾ ਕੁਝ ਜਿਹੜਾ ਉਹ ਕੱਢ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਮੇਰੀ ਵਾਈਫ USA ਆਏ ਹੋਏ 2 ਮਹੀਨੇ ਹੋ ਗਏ ਨੇ, ਤਾਂ ਗ੍ਰੀਨ ਕਾਰਡ ਨਹੀਂ ਆਇਆ, ਕਿੰਨਾ ਟਾਈਮ ਲੱਗੂ? ਇਹਨੂੰ ਟਾਈਮ ਲੱਗਦਾ ਜੀ, ਕਈ ਵਾਰੀ 6-6 ਮਹੀਨੇ ਵੀ ਲੱਗਦੇ ਨੇ, ਵੇਟ ਕਰਨੀ ਪੈਣੀ ਹੈ। ਤੁਸੀਂ ਇਹਦੇ ਬਾਰੇ ਇਨਕੁਆਇਰੀ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ B1 B2 ਵੀਜ਼ਾ ਮਿਲ ਸਕਦਾ? ਉਹ ਅਪਲਾਈ ਤਾਂ ਹੋ ਜਾਂਦਾ, ਪਰ ਉਹਦੀਆਂ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ। ਅਪਾਇੰਟਮੈਂਟਸ ਨੂੰ ਕਾਫੀ ਟਾਈਮ ਲੱਗ ਰਿਹਾ। ਇੰਡੀਆ ਜਿੰਨੇ ਵੀ ਸੈਂਟਰ ਨੇ, ਦਿੱਲੀ ਆ ਚਾਹੇ ਮੁੰਬਈ ਜਾਂ ਚੇਨਈ ਆ, ਉੱਥੇ ਬਹੁਤ ਟਾਈਮ ਲੱਗ ਰਿਹਾ ਅਪਾਇੰਟਮੈਂਟਸ ਦਾ।
ਅਗਲਾ ਸਵਾਲ ਹੈ ਜੀ ਕਿ F4 ਕੇਸ ਜਿਹੜਾ ਹੈਗਾ ਉਹਦੇ ਬਾਰੇ ਜੇ ਚਾਈਲਡ ਦੀ ਉਮਰ 21 ਸਾਲ ਤੋਂ ਉੱਪਰ ਹੋ ਜਾਂਦੀ ਆ ਤਾਂ ਉਹ ਕਵਰ ਹੋ ਸਕਦਾ। ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਇੱਕ ਹੈਗਾ, ਉਹਦੀ ਜੇ ਕੈਲਕੂਲੇਸ਼ਨ 'ਚ ਆਉਂਦਾ ਤਾਂ ਹੋ ਸਕਦਾ, ਪਰ ਉਹ 'ਚ ਕੋਈ ਪੱਕੀ ਗਰੰਟੀ ਨਹੀਂ ਹੁੰਦੀ ਵੀ ਆਪਾਂ ਇਹ ਕਹਿ ਦਈਏ ਵੀ 100% ਹੋਊਗਾ। ਅੱਜ ਕੱਲ੍ਹ ਵੈਸੇ ਕਾਫੀ ਸਖਤੀ ਆ ਇਹਨਾਂ ਕੇਸਾਂ ਦੇ ਵਿੱਚ, ਅਤੇ ਉਹ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਦੇ ਕੇਸ ਜਿਹੜੇ ਨੇ ਉਹ ਕਾਫੀ ਗੌਰਮੈਂਟ ਜਿਹੜੀ ਉਹ ਡਿਨਾਈ ਵੀ ਕਰ ਰਹੀ ਆ, ਪਰ ਉਹਦੇ ਅੰਡਰ ਤੁਸੀਂ ਅਪਲਾਈ ਕਰਕੇ ਇਹਨੂੰ ਜਿਹੜਾ ਹੈਗਾ ਉਹ ਦੇਖ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ P3 ਵੀਜ਼ੇ ਬਾਰੇ ਦੱਸੋ। ਜਿਹੜਾ P3 ਵੀਜ਼ਾ ਜੀ ਇਹ ਗਾਉਣ ਵਾਲਿਆਂ ਦਾ ਵੀਜ਼ਾ ਹੁੰਦਾ, ਜਿਹੜੇ ਇੱਥੇ ਸਟੇਜ 'ਤੇ ਪਰਫਾਰਮ ਕਰਨ ਆਉਂਦੇ ਨੇ, ਚਾਹੇ ਉਹ ਸਿੰਗਰ ਹੋਣ ਜਾਂ ਕੋਈ ਸਟੇਜ ਦਾ ਪਲੇ ਹੋਵੇ। ਅਸੀਂ ਕਾਫੀ ਕਰਦੇ ਹਾਂ, ਮੇਰਾ ਨਿਊਯਾਰਕ ਆਫਿਸ ਤਕਰੀਬਨ 80% ਜਿਹੜੇ ਇੱਥੇ ਸਿੰਗਰ ਆਉਂਦੇ ਆ ਅਮਰੀਕਾ ਦੇ ਵਿੱਚ ਉਹ ਸਾਡੇ ਥਰੂ ਹੀ ਆਉਂਦੇ ਨੇ, ਚਾਹੇ ਪ੍ਰਮੋਟਰ ਅੱਡੋ ਅੱਡ ਨੇ। ਹੁਣ ਵੀ 4-5 ਗਰੁੱਪਾਂ ਦੇ ਅਸੀਂ ਅਪਲਾਈ ਕੀਤੇ ਵੀਜ਼ੇ ਲੱਗੇ ਨੇ। ਰੀਸੈਂਟਲੀ ਬੱਬੂ ਮਾਨ ਦੇ ਗਰੁੱਪ ਦਾ ਵੀਜ਼ਾ ਲੱਗ ਗਿਆ, ਉਹ ਹੁਣ ਆ ਰਹੇ ਨੇ ਪਰਫਾਰਮ ਕਰਨ। ਅਤੇ ਇੱਦਾਂ ਅਸੀਂ ਕਾਫੀ ਜਿਹੜੇ ਹੈਗੇ ਸਿੰਗਰਾਂ ਦੇ ਕਰਦੇ ਹਾਂ, ਅਤੇ ਉਹ ਇੱਥੇ ਆ ਕੇ ਪਰਫਾਰਮ ਕਰਕੇ ਜਾਂਦੇ ਆ। ਉਹਦੀ ਸਰਟਨ ਇੱਕ ਟਾਈਮ ਹੁੰਦਾ ਵੀ ਕਿੰਨੀ ਦੇਰ ਲਈ ਵੀਜ਼ਾ ਮਿਲਦਾ, ਅਤੇ ਉਹ ਐਕਸਪੀਡਾਈਟਡ ਕੀਤਾ ਜਾਂਦਾ, ਅਤੇ ਇੱਥੋਂ ਅਪਰੂਵਲ ਲੈਣੀ ਪੈਂਦੀ ਹੈ ਅਮਰੀਕਾ ਤੋਂ। ਫਿਰ ਜਿਹੜੀ ਇੰਟਰਵਿਊ ਆ ਉਹ ਕਾਉਂਸਲੇਟ 'ਤੇ ਹੁੰਦੀ ਆ, ਅਤੇ ਅੱਜ ਕੱਲ੍ਹ ਇੰਡੀਆ ਦੇ ਵਿੱਚ ਇੰਟਰਵਿਊਜ਼ ਘੱਟ ਹੋ ਰਹੀਆਂ ਨੇ, ਤਾਂ ਬਾਹਰਲੀਆਂ ਥਾਵਾਂ 'ਤੇ ਇੰਟਰਵਿਊਜ਼ ਜਿਵੇਂ ਕੈਨੇਡਾ ਜਾਂ ਹੋਰ ਥਾਵਾਂ 'ਤੇ ਇੰਗਲੈਂਡ ਉੱਥੇ ਹੁੰਦੀਆਂ ਨੇ, ਉੱਥੋਂ ਫਿਰ ਉਹ ਆ ਕੇ ਕਰਦੇ ਆ। ਅਤੇ P3 ਵੀਜ਼ਾ ਜਿਹੜਾ ਬੇਸਿਕਲੀ ਉਹ ਪਰਫਾਰਮਰ ਦਾ ਵੀਜ਼ਾ ਆ। ਬਾਕੀ ਜੇ ਕਿਸੇ ਨੇ ਪਟੀਸ਼ਨ ਕਰਨੀ ਹੋਵੇ ਅਸੀਂ ਡਿਟੇਲ ਦੇ ਵਿੱਚ ਉਹਨੂੰ ਇਨਫੋਰਮੇਸ਼ਨ ਦੇ ਸਕਦੇ ਹਾਂ। ਮੇਰੇ ਸੈੱਲ 'ਤੇ ਫੋਨ ਕਰ ਲਿਓ 9179154142, ਜਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਸਾਡਾ ਅਸਾਈਲਮ ਕੇਸ ਚੱਲ ਰਿਹਾ 2016 ਦਾ, ਪਰ ਕੋਈ ਇੰਟਰਵਿਊ ਡੇਟ ਨਹੀਂ ਆਈ। ਕੋਈ ਤਰੀਕਾ ਹੈਗਾ ਜੀ ਉਹਨਾਂ ਨੂੰ ਕਹਿਣ ਦਾ ਵੀ ਸਾਨੂੰ ਡੇਟ ਦਿਓ, ਪਰ ਉਹ ਡੇਟਾਂ ਦੇ ਨਹੀਂ ਰਹੇ ਅੱਜ ਕੱਲ੍ਹ। ਸਾਰਾ ਪੇਪਰ ਵਰਕ ਪੂਰਾ ਕਰਕੇ ਤੁਸੀਂ ਕਹਿ ਸਕਦੇ ਹੋ ਅਸਾਈਲਮ ਆਫਿਸ ਨੂੰ ਵੀ ਸਾਨੂੰ ਇੰਟਰਵਿਊ ਦਿਓ, ਪਰ ਉੱਥੇ ਰਸ਼ ਇੰਨਾ ਜ਼ਿਆਦਾ ਤੁਸੀਂ ਲਾਈਨ 'ਚ ਲੱਗ ਜਾਓਗੇ, ਪਰ ਕੋਈ ਗਰੰਟੀ ਨਹੀਂ ਹੈਗੀ ਕਿ ਇੰਟਰਵਿਊ ਡੇਟ ਤੁਹਾਨੂੰ ਉਹ ਦੇਣਗੇ। ਅਗਲਾ ਸਵਾਲ ਹੈ ਜੀ ਕਿ ਜੇ ਕਿਸੇ ਨੇ ਕੋਲ ਮਲਟੀਪਰਪਜ਼ ਵੀਜ਼ਾ ਅਮਰੀਕਾ ਦਾ ਹੈਗਾ ਅਤੇ ਉਹ ਅਸਾਈਲਮ ਲਾ ਸਕਦਾ। ਅਸਾਈਲਮ ਕੋਈ ਵੀ ਲਾ ਸਕਦਾ ਜਿਹੜਾ ਇੱਥੇ ਆਉਂਦਾ, ਚਾਹੇ ਵੀਜ਼ੇ 'ਤੇ ਆਇਆ, ਚਾਹੇ ਬਾਰਡਰ ਕ੍ਰਾਸ ਕਰਕੇ ਆਇਆ, ਚਾਹੇ ਫੜਿਆ ਗਿਆ, ਚਾਹੇ ਨਹੀਂ ਵੀ ਫੜਿਆ ਗਿਆ, ਉਹ ਵੀ ਲਾ ਸਕਦਾ। ਪਰ ਜਿਹੜੇ ਅਸਾਈਲਮ ਦੇ 5 ਗਰਾਊਂਡ ਨੇ ਉਹਨਾਂ ਵਿੱਚ ਉਹਦਾ ਕੇਸ ਹੋਣਾ ਚਾਹੀਦਾ, ਅਤੇ ਕੇਸ ਜੈਨੂਇਨ ਹੋਣਾ ਚਾਹੀਦਾ। ਉਹਦੇ ਕੋਲ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਅਪਰੂਵ ਕਰਨ ਲਈ, ਅਤੇ ਉਹਨੂੰ ਸ਼ੋਅ ਕਰਨਾ ਪਊਗਾ ਕਿ ਪਰਸੀਕਿਊਸ਼ਨ ਹੋਈ ਹੈ, ਅਤੇ ਗਾਂਹ ਨੂੰ ਵੀ ਜੋ ਵਾਪਸ ਜਾਊਗਾ ਆਪਣੀ ਕੰਟਰੀ ਦੇ ਵਿੱਚ ਤਾਂ ਉਹਨੂੰ ਪਰਸੀਕਿਊਸ਼ਨ ਹੋਏਗੀ। ਜੇ ਉਹਨਾਂ 5 ਗਰਾਊਂਡਾਂ ਦੇ ਵਿੱਚ ਉਹਦਾ ਕੇਸ ਆਉਂਦਾ ਤਾਂ ਉਹ ਜ਼ਰੂਰ ਕਰ ਸਕਦਾ। ਉਹ ਇੱਥੇ ਮੈਂ ਸਾਰਿਆਂ ਨੂੰ ਇਹ ਕਹਿੰਦਾ ਹੁੰਦਾ ਕਿ ਤੁਹਾਡਾ ਜਿਹੜਾ ਕੇਸ ਅਸਲੀ ਆ ਤਾਂ ਕਰੋ, ਜੇ ਤੁਹਾਨੂੰ ਕੋਈ ਰੀਅਲ ਪ੍ਰੋਬਲਮ ਆਈ ਆ ਤਾਂ ਕਰੋ, ਐਵੇਂ ਹੀ ਇੱਥੇ ਰਹਿਣ ਲਈ ਅਸਾਈਲਮ ਨਾ ਕਰੋ। ਜੇ ਸੱਚਾ ਕੇਸ ਆ ਤਾਂ ਉਹ ਤੁਸੀਂ ਕਰ ਸਕਦੇ ਹੋ, ਚਾਹੇ ਵਿਜ਼ਟਰ ਵੀਜ਼ੇ 'ਤੇ ਆਏ ਹੋ, ਚਾਹੇ ਸਟੂਡੈਂਟ ਵੀਜ਼ੇ 'ਤੇ ਆਏ ਹੋ, ਚਾਹੇ ਤੁਹਾਡੀ ਐਂਟਰੀ ਇਲੀਗਲ IWI ਆ, ਸਾਰੀ ਕਰ ਸਕਦੇ ਆ ਅਸਾਈਲਮ 'ਚ, ਕੋਈ ਪ੍ਰੋਬਲਮ ਨਹੀਂ। ਸਿਰਫ ਇੰਨਾ ਕਿ ਕੇਸ 5 ਗਰਾਊਂਡਾਂ ਦੇ ਵਿੱਚ ਹੋਣਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ ਮੈਂ ਹੁਣ ਆਪਣੇ ਪੇਰੈਂਟਸ ਦਾ ਗ੍ਰੀਨ ਕਾਰਡ ਅਪਲਾਈ ਕਰਨਾ, ਕਿੰਨਾ ਟਾਈਮ ਲੱਗੂ? ਕਾਫੀ ਟਾਈਮ ਹੈ ਜੀ। ਤੁਸੀਂ ਸਿਟੀਜ਼ਨ ਹੋ, ਅੱਜ ਕੱਲ੍ਹ 1.5 ਤੋਂ 2 ਸਾਲ ਘੱਟੋ ਘੱਟ ਲੱਗਣਗੇ, ਜ਼ਿਆਦਾ ਟਾਈਮ ਵੀ ਲੱਗ ਸਕਦਾ। ਅਤੇ ਅਗਲਾ ਸਵਾਲ ਹੈ ਜੀ ਕਿ ਮੇਰੀ ਜਿਹੜੀ ਹੈਗੀ ਆ ਉਹ ਮਾਸਟਰ ਹੀਅਰਿੰਗ ਡੇਟ ਹੁਣ ਪਈ ਹੈ, ਇਸ ਤੋਂ ਬਾਅਦ ਕੀ ਹੋਊਗਾ? ਮਾਸਟਰ ਹੀਅਰਿੰਗ ਡੇਟ 'ਤੇ ਤਾਂ ਜਿਹੜੀ ਹੈਗੀ ਫਾਈਨਲ ਡੇਟ ਇਸ ਤੋਂ ਬਾਅਦ ਮਿਲ ਜਾਂਦੀ ਹੈ। ਕਈ ਜੱਜ ਮਾਸਟਰ ਕਰਦੇ ਹੀ ਨਹੀਂ ਹੈਗੇ, ਰਿਟਨ ਪਲੀਡਿੰਗਸ ਮੰਗ ਲੈਂਦੇ ਆ, ਪਰ ਜੇ ਕਰ ਵੀ ਲੈਣ ਤਾਂ ਫਾਈਨਲ ਡੇਟ ਦਿੰਦੇ ਆ। ਫਾਈਨਲ ਡੇਟ ਦੇ ਵਿੱਚ ਉਹ ਕੇਸ ਹੁੰਦਾ। ਅਗਲਾ ਸਵਾਲ ਹੈ ਜੀ PD ਬਾਰੇ ਦੱਸੋ। ਹਾਂਜੀ, PD ਬਾਰੇ ਅੱਜ ਕੱਲ੍ਹ ਕਾਫੀ ਜ਼ਿਆਦਾ ਹਰ ਕੇਸ ਦੇ ਵਿੱਚ ਹੀ ਜਿਹੜੀ ਗੌਰਮੈਂਟ ਹੈਗੀ ਆ ਉਹ ਜੱਜ ਨੂੰ ਕਹਿੰਦੀ ਹੈ ਕਿ PD ਦੇ ਦਿਓ, ਇਹ ਕੇਸ ਨੂੰ ਡਿਸਮਿਸ ਕਰ ਦਿਓ, ਨੌਨ ਪ੍ਰਾਇਓਰਟੀ ਕੇਸ ਆ। ਤਾਂ ਕਈ ਵਾਰੀ ਤਾਂ ਜੱਜ ਪੁੱਛਦੇ ਆ ਵੀ ਤੁਸੀਂ PD ਲੈਣੀ ਆ, ਕਿਉਂ ਕਈ ਵਾਰ ਪੁੱਛਦੇ ਹੀ ਨਹੀਂ ਹੈਗੇ, ਸਿੱਧਾ ਹੀ ਉਹ ਆਪਣਾ ਡਿਸੀਜਨ ਦੇ ਕੇ ਕੇਸ ਨੂੰ ਡਿਸਮਿਸ ਕਰ ਦਿੰਦੇ ਆ। ਇਹ ਹੋ ਰਿਹਾ। ਅਤੇ ਲੇਕਿਨ ਕਈ ਜੱਜ ਆਪਸ਼ਨ ਜ਼ਰੂਰ ਦਿੰਦੇ ਨੇ ਵੀ ਤੁਸੀਂ ਕੇਸ ਲੜਨਾ ਕਿ ਨਹੀਂ ਲੜਨਾ। ਸੋ ਇਹ ਤਕਰੀਬਨ ਅੱਜ ਕੱਲ੍ਹ ਹਰੇਕ ਕੇਸ ਦੇ ਵਿੱਚ ਹੀ ਤਕਰੀਬਨ ਇਹ ਗੱਲ ਜਿਹੜਾ ਇਸ਼ੂ ਹੈ ਇਹ ਖੜਾ ਹੋ ਰਿਹਾ। ਅਗਲਾ ਸਵਾਲ ਹੈ ਜੀ ਕਿ ਬਲੱਡ ਰਿਲੇਸ਼ਨ ਫਾਈਲ ਕਦੋਂ ਓਪਨ ਹੋਣਗੀਆਂ? 5 ਸਾਲ ਹੋ ਗਏ ਆ ਸਾਡੀ ਫਾਈਲ ਲੱਗੇ ਨੂੰ, ਇਹਨੂੰ ਕਾਫੀ ਟਾਈਮ ਲੱਗ ਰਿਹਾ ਜੀ। ਕੈਟੇਗਰੀ ਮੂਵ ਨਹੀਂ ਹੋ ਰਹੀ। ਜਿਹੜਾ ਜੁਲਾਈ ਦਾ ਵੀਜ਼ਾ ਬੁਲਟਨ ਮੈਂ ਦੱਸ ਕੇ ਹਟਿਆ, ਉੱਥੇ ਵੀ ਅਜੇ 2005 ਹੀ ਚੱਲ ਰਿਹਾ। ਸੋ ਕਾਫੀ ਜ਼ਿਆਦਾ ਇਹਦੇ 'ਚ ਡਿਲੇ ਆ। ਅਗਲਾ ਸਵਾਲ ਹੈ ਜੀ ਕਿ ਅਸੀਂ 2008 'ਚ F4 ਦੀ ਪਟੀਸ਼ਨ ਕੀਤੀ ਸੀ, ਕਿੰਨਾ ਟਾਈਮ ਲੱਗੂ? ਇਹ ਤਾਂ 2005 ਚੱਲ ਰਿਹਾ ਜੀ, ਜੇ ਕੁਛ ਨਹੀਂ ਕਹਿ ਸਕਦੇ। 3 ਸਾਲ ਲੱਗਣਗੇ ਕਿ 4 ਲੱਗਣਗੇ ਹੋਰ, ਇਹ ਡਿਪੈਂਡ ਕਰੂਗਾ ਕਿੰਨੀ ਕੁ ਸਪੀਡ ਨਾਲ ਚੱਲਦਾ ਕੰਮ। ਅਤੇ ਅਗਲਾ ਸਵਾਲ ਹੈ ਜੀ ਕਿ ਸਾਨੂੰ ਇਹ ਪਤਾ ਲੱਗਿਆ ਸੀ ਕਿ ਇਹ ਸਰਕਾਰ ਜਿਹੜੀ ਆ ਉਹ PD ਦੇ ਰਹੀ ਆ, ਉਹ ਕੀ ਹੈ? ਦੇਖੋ, PD ਬੇਸਿਕਲੀ 2 ਕਿਸਮ ਦੀ ਆ। ਇੱਕ ਤਾਂ ਇਹ ਆ ਕਿ ਤੁਹਾਡਾ ਜਿਹੜਾ ਕੇਸ ਆ ਹੋਲਡ 'ਤੇ ਪਾ ਦਿੰਦੇ ਆ, ਦੂਜੀ ਆ ਵੀ ਡਿਸਮਿਸ ਹੀ ਕਰ ਦਿੰਦੇ ਆ, ਰਿਮੂਵਲ ਪ੍ਰੋਸੀਡਿੰਗਸ। ਸੋ ਦੋਨੇ ਹੀ ਉਹ ਦੇ ਰਹੇ ਆ। ਜ਼ਿਆਦਾ ਕੇਸ ਉਹ ਡਿਸਮਿਸ ਕਰ ਰਹੇ ਆ। ਜਿਹੜੇ ਨੌਨ ਪ੍ਰਾਇਓਰਟੀ ਕੇਸਿਸ ਨੇ, ਜਿਨ੍ਹਾਂ ਨੇ ਕੋਈ ਕ੍ਰਾਈਮ ਨਹੀਂ ਕੀਤੇ, ਜਿਨ੍ਹਾਂ ਦੇ ਕੇਸ 2020 ਤੋਂ ਪਹਿਲਾਂ ਦੇ ਲੱਗੇ, ਉਹਨਾਂ ਸਾਰਿਆਂ ਨੂੰ ਹੀ ਆਫਰ ਕਰ ਰਹੇ ਆ ਉਹ। ਅਤੇ ਇਹ ਅੱਗੇ
ਇਹ ਕਈ ਜੱਜ ਤਾਂ ਚਾਂਸ ਦਿੰਦੇ ਆ ਤੁਹਾਨੂੰ ਲੈਣ ਦਾ ਵੀ ਤੁਸੀਂ ਲੈਣੀ ਹੈ ਕਿ ਨਹੀਂ ਲੈਣੀ, ਪਰ ਕਈ ਜੱਜ ਜਿਹੜੇ ਨੇ ਉਹ ਤੁਸੀਂ ਜੇ ਨਹੀਂ ਵੀ ਲੈਣੀ ਉਹ ਤਾਂ ਵੀ ਤੁਹਾਡਾ ਕੇਸ ਜਿਹੜਾ ਉਹ ਡਿਸਮਿਸ ਕਰ ਦਿੰਦੇ ਆ। ਅਗਲਾ ਸਵਾਲ ਹੈ ਜੀ ਕਿ ਜਿਹੜਾ ਅਸਾਈਲਮ ਕੇਸ ਆ ਉਹਦੀਆਂ ਜਿਹੜੀਆਂ ਹੈਗੀਆਂ ਉਹ ਕੀ ਸ਼ਰਤਾਂ ਹੁੰਦੀਆਂ। ਅਸਾਈਲਮ ਦੀਆਂ ਸ਼ਰਤਾਂ ਬੇਸਿਕਲੀ ਇਹੀ ਹੁੰਦੀਆਂ ਕਿ ਤੁਹਾਨੂੰ ਪਰਸੀਕਿਊਸ਼ਨ ਪਹਿਲਾਂ ਹੋਈ ਹੋਵੇਗਾ, ਫਿਊਚਰ ਵੀ ਜਿਹੜਾ ਥ੍ਰੈਟ ਪਰਸੀਕਿਊਸ਼ਨ ਦਾ ਹੋਵੇ, 5 ਗਰਾਊਂਡ ਜਿਹੜੇ ਅਸਾਈਲਮ ਦੇ ਹੈਗੇ ਉਹਨਾਂ ਦੇ ਅੰਡਰ ਤੁਹਾਡਾ ਕੇਸ ਹੋਵੇ। ਉਹ 5 ਗਰਾਊਂਡਾਂ ਬਾਰੇ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸੂਗਾ, ਕਿਉਂਕਿ ਇਹ ਕਾਫੀ ਜ਼ਿਆਦਾ ਬਾਰ-ਬਾਰ ਉੱਠਦਾ ਅਤੇ ਉਹਨੂੰ ਥੋੜ੍ਹਾ ਟਾਈਮ ਚਾਹੀਦਾ। ਸੋ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਡਿਸਕਸ ਕਰੂੰਗਾ ਕਿ 5 ਗਰਾਊਂਡ ਉਹ ਕਿਹੜੇ ਆ। ਅਤੇ ਉਹਦੇ ਨਾਲ ਰੀਲੋਕੇਸ਼ਨ ਦਾ ਇਸ਼ੂ ਹੁੰਦਾ ਕਿ ਉਹਨਾਂ ਨੇ ਦੇਖਣਾ ਹੁੰਦਾ ਕਿ ਤੁਸੀਂ ਰੀਲੋਕੇਟ ਕਿਸੇ ਹੋਰ ਜਾ ਕੇ ਜਗ੍ਹਾ 'ਤੇ ਕਰ ਸਕਦੇ ਹੋ ਕਿ ਨਹੀਂ। ਸੋ ਇਹ ਸਾਰੇ ਇਸ਼ੂਜ਼ ਜਿਹੜੇ ਹੈਗੇ ਆ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਨੈਕਸਟ ਵਾਰੀ ਦੱਸ ਦੂੰਗਾ। ਅਗਲਾ ਸਵਾਲ ਹੈ ਜੀ F2B ਕੈਟੇਗਰੀ ਬਾਰੇ ਦੱਸੋ। F2B ਕੈਟੇਗਰੀ ਬੇਸਿਕਲੀ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਹਸਬੈਂਡ ਵਾਈਫ ਤੇ 21 ਸਾਲ ਤੋਂ ਉੱਪਰ ਅਨਮੈਰਿਡ ਬੱਚੇ ਉਹਨਾਂ ਦੀ ਕੈਟੇਗਰੀ ਆ। ਅਤੇ ਉਹਦੇ ਵਾਸਤੇ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਮੈਰਿਡ ਬੱਚੇ ਦਾ ਨਹੀਂ ਅਪਲਾਈ ਕਰ ਸਕਦਾ, ਅਨਮੈਰਿਡ ਦਾ ਕਰ ਸਕਦਾ। ਉੱਥੇ ਜੇ 2015 ਚੱਲ ਰਿਹਾ, ਸੋ ਕਾਫੀ ਲੰਬੀ ਚੌੜੀ ਵੇਟ ਆ, ਪਰ ਦੂਜੀਆਂ ਕੈਟੇਗਰੀ ਨਾਲੋਂ ਫਿਰ ਵੀ ਵੇਟ ਥੋੜ੍ਹੀ ਜਿਹੀ ਘੱਟ ਆ। ਅਗਲਾ ਸਵਾਲ ਹੈ ਜੀ ਕਿ ਹੁਣ ਬੌਂਡ ਕਿੰਨੇ ਦਾ ਪੈ ਰਿਹਾ। ਮੈਂ ਦੱਸ ਕੇ ਹਟਿਆ ਜੀ, ਜੇ ਤਾਂ ਆਈਸ ਬੌਂਡ ਕਰਦੀ ਆ ਉਹ 1500 ਤੋਂ ਲੈ ਕੇ 3000 ਦਾ, ਕਈਆਂ ਨੂੰ 3000 ਦਾ ਹੋ ਰਿਹਾ, ਕਈਆਂ ਨੂੰ 1500 ਦਾ ਹੋ ਰਿਹਾ, ਪਰ ਜ਼ਿਆਦਾ ਕੇਸਾਂ 'ਚ 3000 ਦਾ। ਅਤੇ ਜੇ ਇਮੀਗ੍ਰੇਸ਼ਨ ਜੱਜ ਕਰਦਾ ਉਹ 15 ਤੋਂ 20000 ਦਾ ਬੌਂਡ ਆ। ਅਗਲਾ ਸਵਾਲ ਹੈ ਜੀ ਕਿ ਸਾਡਾ ਜਿਹੜਾ F4 ਕੈਟੇਗਰੀ 'ਚ ਕੇਸ ਲੱਗਿਆ, ਬੱਚੇ ਦੀ ਉਮਰ 23 ਸਾਲ ਤੋਂ ਉੱਪਰ ਹੋ ਗਈ ਆ, ਉਹ ਐਡ ਹੋਣਗੇ। ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਅੰਡਰ ਤੁਸੀਂ ਟਰਾਈ ਕਰ ਸਕਦੇ ਹੋ, ਉਹਦੇ ਅੰਡਰ ਜੇ ਐਡ ਹੋ ਜਾਵੇ, ਪਰ ਕੋਈ ਪੱਕਾ ਨਹੀਂ ਸ਼ੋਰ ਕਿ ਹੋਊਗਾ, ਤੁਸੀਂ ਕੋਸ਼ਿਸ਼ ਕਰਕੇ ਉਹਦੇ 'ਚ ਦੇਖ ਸਕਦੇ ਹੋ। ਅਗਲਾ ਸਵਾਲ ਹੈ ਜੀ ਜੇ ਕੋਈ ਬੰਦਾ ਬਾਰਡਰ ਕ੍ਰੋਸ ਕਰਕੇ ਆਉਂਦਾ ਅਤੇ ਉਹ ਇੱਥੇ ਆ ਕੇ ਕੀ ਕੇਸ ਲਾ ਸਕਦਾ, ਕੀ ਕੀ ਡਾਕੂਮੈਂਟ ਚਾਹੀਦੇ ਆ। ਪੋਲੀਟੀਕਲ ਅਸਾਈਲਮ ਦਾ ਕੇਸ ਹੀ ਲਾ ਸਕਦਾ ਜੀ ਜੇ ਉਹਦਾ ਕੇਸ 5 ਗਰਾਊਂਡਾਂ 'ਚ ਆਉਂਦਾ। ਡਾਕੂਮੈਂਟੇਸ਼ਨ ਜਿਹੜੀ ਆ ਬੇਸਿਕਲੀ ਉਹਦੇ 'ਚ ਇੱਕ ਤਾਂ ਉਹਦੇ ਆਪਣੇ ID ਡਾਕੂਮੈਂਟਸ ਚਾਹੀਦੇ ਹੁੰਦੇ ਆ, ਉਹਦੇ ਨਾਲ ਜਿਹੜਾ ਉਹਦਾ ਕਲੇਮ ਆ ਉਹਦੇ ਬਾਰੇ ਜਿਹੜੇ ਸਪੋਰਟਿੰਗ ਡਾਕੂਮੈਂਟ ਜਿਵੇਂ ਐਫੀਡੇਵਿਟ ਹੋ ਗਏ, ਮੈਡੀਕਲ ਰਿਪੋਰਟਾਂ ਹੋ ਗਈਆਂ, ਮਤਲਬ ਕਿਸੇ ਪਾਰਟੀ ਦਾ ਲੈਟਰ ਹੋ ਗਿਆ, ਇਹ ਚਾਹੀਦਾ ਹੁੰਦਾ। ਬਾਕੀ ਕੰਟਰੀ ਕੰਡੀਸ਼ਨ ਰਿਪੋਰਟਾਂ ਚਾਹੀਦੀਆਂ ਹੁੰਦੀਆਂ ਨੇ ਕਿ ਹਾਲਾਤ ਕਿੱਦਾਂ ਦੇ ਆ, ਇਸ ਕਿਸਮ ਦੇ ਸਪੋਰਟਿੰਗ ਡਾਕੂਮੈਂਟ ਜਿਹੜੇ ਆ ਉਹ ਚਾਹੀਦੇ ਹੁੰਦੇ ਆ ਜੀ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ F4 ਕੈਟੇਗਰੀ 2005 ਦਾ ਕੇਸ ਆ, 21 'ਚ ਇੰਟਰਵਿਊ ਜਿਹੜੀ ਹੋਣੀ ਸੀ ਅਜੇ ਤੱਕ ਨਹੀਂ ਹੋਈ। ਬਾਕੀ ਜੀ ਅਜੇ ਤਾਂ ਤੁਸੀਂ ਅਗਸਤ 5 ਦਾ ਤੁਹਾਡਾ ਹੈਗਾ, ਇੱਥੇ ਫਰਵਰੀ ਮਾਰਚ 5 ਵਾਲਿਆਂ ਦੀ ਇੰਟਰਵਿਊ ਨਹੀਂ ਹੋਈ, ਅਜੇ ਤੱਕ ਕਾਫੀ ਟਾਈਮ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ 1 ਸਾਲ ਬਾਅਦ I-730 ਪਟੀਸ਼ਨ ਨੂੰ ਹੋ ਗਿਆ, ਕਿੰਨਾ ਟਾਈਮ ਲੱਗੂਗਾ। ਅਜੇ ਕੁਛ ਨਹੀਂ ਕਹਿ ਸਕਦੇ ਜੀ, 2 ਤੋਂ 2.5 ਸਾਲ ਅਜੇ ਲੱਗ ਰਹੇ ਆ, ਹੋ ਸਕਦਾ ਜ਼ਿਆਦਾ ਟਾਈਮ ਵੀ ਲੱਗੇ। ਅਗਲਾ ਸਵਾਲ ਹੈ ਜੀ ਕਿ ਅਸੀਂ F4 ਕੈਟੇਗਰੀ ਫਰਵਰੀ 2006 'ਚ ਲਾਇਆ ਸੀਗਾ ਅਤੇ ਸਾਰੇ ਸਿਵਲ ਡਾਕੂਮੈਂਟ ਦੇ ਨਾਲ ਸਕੂਲ ਸਰਟੀਫਿਕੇਟ ਵੀ ਜਮ੍ਹਾਂ ਕਰਾਏ ਸੀ। ਅਤੇ ਉਸ ਤੋਂ ਬਾਅਦ ਇਹ ਆ ਕਿ ਡੇਟ ਆਫ ਬਰਥ ਫਰਕ ਸੀ, ਸਕੂਲ 'ਚ ਹੋਰ ਆ, ਦੂਜੇ 'ਚ ਹੋਰ ਆ, ਅਤੇ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ। ਦੇਖੋ ਐਕਸਪਲੇਨ ਕਰਨਾ ਪਏਗਾ ਤੁਹਾਨੂੰ ਕਿ ਸਕੂਲ ਦੇ ਵਿੱਚ ਹੋਰ ਕਿਉਂ ਹੈ, ਕਿਉਂਕਿ ਜੇ ਜਿਹੜੀ ਬਰਥ ਸਰਟੀਫਿਕੇਟ ਜਾਂ ਪਾਸਪੋਰਟ 'ਤੇ ਡੇਟ ਆਫ ਬਰਥ ਹੈਗੀ ਆ ਉਹਦੇ ਮੁਤਾਬਕ ਉਹਨਾਂ ਨੇ ਚੱਲਣਾ। ਜੇ ਸਕੂਲ 'ਚ ਫਰਕ ਆ ਤਾਂ ਉਹਦੀ ਐਕਸਪਲੇਨੇਸ਼ਨ ਤੁਸੀਂ ਦੇ ਸਕਦੇ ਹੋ ਵੀ ਸਕੂਲ 'ਚ ਭਰਤੀ ਕਰਾਉਣ ਵੇਲੇ ਡੇਟ ਆਫ ਬਰਥ ਜਿਹੜੀ ਗਲਤ ਲਿਖੀ ਗਈ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਇੰਟਰਵਿਊ ਦੇ ਵਿੱਚ ਅੰਬੈਸੀ ਮੇਰਾ ਅਪਰੂਵਲ ਲੈਟਰ ਨਹੀਂ ਆਇਆ, ਫੈਮਿਲੀ ਦੇ ਨਾਲ ਮੈਂ ਆ ਸਕਦਾ ਕਿ ਨਹੀਂ। ਜੇ ਉਹ ਤੁਹਾਨੂੰ ਐਡ ਨਹੀਂ ਉਹਨਾਂ ਨੇ ਕੀਤਾ ਤਾਂ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਦੇ ਨਾਲ ਤੁਸੀਂ ਟਰਾਈ ਕਰ ਸਕਦੇ ਹੋ, ਪਰ ਕੋਈ ਪੱਕਾ ਨਹੀਂ ਕਿ ਤੁਸੀਂ ਕਵਰ ਇਹਦੇ 'ਚ ਹੋਵੋਗੇ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਅਸਾਈਲਮ ਕੇਸ ਸਾਡਾ ਕੋਰਟ 'ਚ ਰੈਫਰ ਹੋ ਗਿਆ, ਫਾਈਨਲ ਡੇਟ 2025 'ਚ ਡੇਟ ਪਹਿਲਾਂ ਲੈ ਸਕਦੇ ਹਾਂ। ਹਾਂਜੀ, ਤੁਸੀਂ ਪਹਿਲਾਂ ਲੈਣ ਵਾਸਤੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਰਿਕੁਐਸਟ ਕਰ ਸਕਦੇ ਹੋ, ਪਰ ਅੱਗੇ ਫਿਰ ਉਹ ਉਹਨਾਂ ਦੀ ਮਰਜ਼ੀ ਆ ਦੇਣ ਜਾਂ ਨਾ ਦੇਣ, ਤੁਸੀਂ ਟਰਾਈ ਕਰ ਸਕਦੇ ਹੋ ਕਿ ਉਸ ਤੋਂ ਪਹਿਲਾਂ ਉਹ ਮਿਲ ਜਾਵੇ। ਅਗਲਾ ਸਵਾਲ ਹੈ ਜੀ ਕਿ ਮੇਰੇ ਪੇਰੈਂਟ US ਸਿਟੀਜ਼ਨ ਨੇ, ਉਹ ਇੰਡੀਆ ਤੋਂ ਨੇ, ਮੇਰਾ ਬ੍ਰਦਰ ਬ੍ਰਿਟਿਸ਼ ਸਿਟੀਜ਼ਨ ਆ ਅਤੇ ਉਹ ਮੇਰੇ ਪੇਰੈਂਟ ਨੂੰ UK ਲਿਜਾਣਾ ਚਾਹੁੰਦਾ, ਅਤੇ ਇਹਦੇ ਬਾਰੇ ਤੁਸੀਂ ਮੈਨੂੰ ਦੱਸੋ। ਹਾਂਜੀ, ਇਹ ਹੁਣ UK ਦੀ ਇਮੀਗ੍ਰੇਸ਼ਨ ਬਾਰੇ ਜਿਹੜਾ ਹੈਗਾ ਉਹ ਕਿਸੇ UK ਦੇ ਤੁਹਾਨੂੰ ਵਕੀਲ ਨਾਲ ਸਲਾਹ ਕਰਨੀ ਪੈਣੀ ਹੈ ਕਿ ਕੀ ਉਹਨਾਂ ਦੀ ਉਹ ਪਟੀਸ਼ਨ ਕਰ ਸਕਦਾ, ਪਰ ਹੋ ਸਕਦਾ ਕਿ ਉੱਥੋਂ ਦਾ ਲਾ ਇਹ ਹੋਵੇ ਵੀ ਮਾਂ-ਬਾਪ ਨੂੰ ਪੱਕਾ ਨਾ, ਜਿਵੇਂ ਅਮਰੀਕਾ ਦੇ ਵਿੱਚ ਤਾਂ ਤੁਸੀਂ ਮਤਲਬ ਮਾਂ-ਬਾਪ ਸਿਟੀਜ਼ਨ ਬਣ ਜਾਂਦੇ ਆ, ਪਰ ਕਈ ਮੁਲਕਾਂ ਦੇ ਵਿੱਚ ਸਿਰਫ ਹਸਬੈਂਡ ਵਾਈਫ ਹੀ ਸਿਟੀਜ਼ਨ ਬਣ ਸਕਦੇ ਆ, ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਪੇਰੈਂਟਸ ਨਹੀਂ ਬਣ ਸਕਦੇ। ਸੋ ਇਹ UK ਦੇ ਲਾ ਅੰਡਰ ਉਹਨਾਂ ਨੂੰ ਅਲਾਓ ਉੱਥੇ ਕੀਤਾ ਜਾਊਗਾ ਉਨੀ ਦੇਰ ਰਹਿਣਾ, ਇਹ ਕਿਸੇ UK ਦੇ ਵਕੀਲ ਤੋਂ ਸਲਾਹ ਲੈਣੀ ਚਾਹੀਦੀ ਹੈ। ਅਗਲਾ ਸਵਾਲ ਹੈ ਜੀ ਕਿ ਮੇਰਾ F3 ਕੇਸ ਜਨਵਰੀ 12 ਵਿੱਚ ਲੱਗਿਆ, ਕਿੰਨਾ ਟਾਈਮ ਲੱਗੂ। ਇਹਦਾ ਜੀ F3 ਕੇਸ ਦੇ ਵਿੱਚ 2008 ਚੱਲ ਰਿਹਾ, 12 ਨੂੰ ਇਹ 4-5 ਸਾਲ ਜਿਹੜੇ ਆ ਉਹ ਹੋਰ ਲੱਗ ਸਕਦੇ ਨੇ। ਅਗਲਾ ਸਵਾਲ ਹੈ ਜੀ ਕਿ F3 ਕੇਸ 2006 ਦਾ ਕਿੰਨਾ ਟਾਈਮ ਲੱਗੂਗਾ।
F4 ਕੇਸ 6 ਦਾ, F4 ਕੈਟਾਗਰੀ 2005 ਚੱਲ ਰਿਹਾ ਜੀ, 2006 ਦਾ, ਇਹ ਸਾਲ 2 ਸਾਲ ਹੋਰ ਲੱਗ ਸਕਦੇ ਆ। ਸੋ ਇਹ ਸੀ ਤੁਹਾਡੇ ਸਵਾਲਾਂ ਦੇ ਜਵਾਬ, ਤੇ ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸੋ ਅੱਗੇ ਤੋਂ ਇਸ ਪ੍ਰੋਗਰਾਮ ਨਾਲ ਜੁੜੋ, ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਤੇ ਆਪਣੇ ਸਵਾਲ ਜਿਹੜੇ ਉਹ ਲਿਖ ਕੇ ਇਹ ਥੱਲੇ ਪਾਓ ਵੀਡੀਓ ਦੇ, ਤੇ ਨੈਕਸਟ ਟਾਈਮ ਮੈਂ ਉਹਦੇ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।